ਅਤੇ ਉਸ ਦਾ ਨਿਵਾਸ ਸੱਚਖੰਡ ਵਿਖੇ ਆ। ਬਖਸ਼ਿਸ਼ ਇੱਕੋ ਇੱਕ ਜਨਾਈ ਆ, ਦੀਨ ਦਿਆਲ ਗੁਣੀ ਗਹਿੰਦਾ, ਗੈਰ ਗੰਭੀਰ ਵੱਡੀ ਵਡਿਆਈ ਆ। ਉਹਦੇ ਗੁਣ ਪਾਤਸ਼ਾਹ ਜੀ ਗਾਣ ਕਰ ਦਿੱਤੇ। ਫਿਰ ਕਹਿੰਦੇ ਆ, ਫਿਰ ਘਰ ਆਪਣਾ ਚਰਨ ਛੁਹੰਦਾ। ਜਦੋਂ ਅਕਾਲ ਪੁਰਖ ਫਿਰ ਘਰ ਸਭ ਤੋਂ ਉੱਪਰ ਸੱਚਖੰਡ, ਉਸ ਤੋਂ ਥੱਲੇ ਫਿਰ ਘਰ। ਮੈਂ ਇੱਕ ਵਾਰੀ ਸਤਿਗੁਰਾਂ ਨੂੰ ਬੇਨਤੀ ਕੀਤੀ, ਮੈਂ ਸੱਚੇ ਪਾਤਸ਼ਾਹ ਕਈ ਦਿਨ ਹੋ ਚੱਲੇ ਆਪ ਜੀ ਜੋ ਲਿਖਤ ਕਰਾ ਰਹੇ ਹਨ ਉਹ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਜਿਹੜੇ ਮਹਾਰਾਜ ਦੇ 7 ਨਾਮ ਹਨ, ਇਹ ਬਾਰ-ਬਾਰ ਆਉਂਦੇ ਆ ਔਰ 3-4 ਦਿਨ ਹੋ ਚੱਲੇ ਇਹੀ ਆਉਂਦੇ ਪਏ ਆ। ਤੇ ਮਹਾਰਾਜ ਮੈਨੂੰ ਕਹਿਣ ਲੱਗੇ ਇਹ ਗੁਣਵਾਚਕ ਨਾਮ ਹਨ। ਉਸ ਦਾ ਅਸਲੀ ਨਾਮ ਅਕਾਲ ਪੁਰਖ ਦਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆ। ਤੇ ਮਹਾਰਾਜ ਕਹਿੰਦੇ ਆ ਉਸ ਦਾ ਸ਼ਬਦ ਰੂਪ ਜਿਹੜਾ ਹੈ, ਫਿਰ ਘਰ ਆਪਣਾ ਚਰਨ ਛੁਹੰਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀ ਆ। ਜੇ ਉਹ ਨਾ ਚਾਵੇ ਤੇ ਨਹੀਂ ਹੋਵੇਗਾ, ਅਗਰ ਉਹ ਚਾਵੇ ਤੇ ਤਾਂ 10ਵੇਂ ਘਰ ਦਾ 10 ਦੁਆਰੀ ਦਾ ਕੁੰਡਾ ਖੋਲ ਸਕਦਾ, ਨਹੀਂ ਤੇ ਨਹੀਂ। ਖੋਲਣਹਾਰ ਸਾਚਾ ਕੁੰਡਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਉਸ ਕੁੰਡੇ ਨੂੰ ਕਈ ਨਾਵਾਂ ਦੇ ਨਾਲ ਉੱਚੀ ਹੋ ਗਿਆ ਭਈਆ, ਜ਼ਿਆਦਾ ਨਹੀਂ ਫਿਰ ਦੱਸੇਗਾ ਕਿ ਕਿਸੇ ਨੇ ਉਸ ਨੂੰ ਭਈਆ ਮੇਰੇ ਕੋਲ ਰੱਖ ਦਿਓ। ਖੋਲਣਹਾਰ ਖੋਲਣਹਾਰਾ ਸਾਚਾ ਕੁੰਡਾ। ਸੱਚੇ ਪਾਤਸ਼ਾਹ ਜੀ 20, 21, 22 ਔਰ 23, 21, 22, 23, 24 ਇਸ ਤਰ੍ਹਾਂ ਕਰਕੇ 4 ਦਿਨ ਦਾ ਇੱਕ ਪ੍ਰੋਗਰਾਮ ਸੀ। ਉਹ ਪ੍ਰੋਗਰਾਮ ਅਲੜ ਪਿੰਡੀ ਤੋਂ ਸ਼ੁਰੂ ਹੋਇਆ, ਨਾਥੇਵਾਲ ਖਤਮ ਹੋਣਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ ਸੱਚੇ ਪਾਤਸ਼ਾਹ ਜੀ ਨਾਥੇਵਾਲ ਰਾਤ ਚੌਖੀ ਹੋ ਗਈ, ਨੰਗੇ ਪੈਰੀ ਸਵੈਮ ਪ੍ਰਸ਼ਾਦੇ ਵਰਤਾਏ ਸਨ। ਕਈਆਂ ਦੇ ਘਰੀ ਹਜੇ ਵੀ ਉਹ ਚਿੱਤਰ ਕਈਆਂ ਦੇ ਮੈਂ ਦੇਖਿਆ ਜੀ। ਮਹਾਰਾਜ ਜੀ ਕਹਿੰਦੇ ਹਨ ਉਸ ਲਿਖਤ ਦੇ ਅੰਦਰ ਜੋ ਜਮਾਦਾਰ ਕ੍ਰਿਸ਼ਨ ਸਿੰਘ ਦੇ ਘਰੋਂ ਆਰੰਭ ਕੀਤੀ, ਮਹਾਰਾਜ ਜੀ ਆਖਿਆ ਕਿ ਜਿਹੜਾ ਇਹ 10 ਦੁਆਰੀ ਆ, ਇਹ ਅਕਾਲ ਪੁਰਖ ਅੱਗੇ ਹਾਲ ਪਾਰਿਆ ਪਾਉਂਦੀ ਹੈ। ਇਹ ਅਕਾਲ ਪੁਰਖ, ਮੈਂ ਅੱਜ ਤੱਕ ਕਿਸੇ ਨੂੰ ਆਪਣਾ ਘਰ ਲੰਘਣ ਨਹੀਂ ਦਿੱਤਾ, ਅਰਥਾਤ ਅੱਜ ਤੱਕ ਕੋਈ 10 ਦੁਆਰੀ ਲੰਘ ਨਹੀਂ ਪਾਇਆ, ਪਰ ਤੇਰੇ ਸਿੱਖ ਉਹ ਲੰਘਣਾ ਤੇ ਇੱਕ ਪਾਸੋਂ ਦੀ ਉਹ ਉਹਦੇ ਉੱਤੇ ਛਾਲਾ ਮਾਰ ਕੇ ਟੱਪ ਕੇ ਤੇਰੇ ਚਰਨਾਂ 'ਚ ਸੱਚਖੰਡ ਪੁੱਜ ਗਿਆ ਹੈ। ਉਸ ਦੇ ਵਿੱਚ ਮਹਾਰਾਜ ਜੀ ਨੇ ਜੋ ਅਸੀਂ 21 ਕੁਲਾਂ ਕਹਿੰਦੇ ਹਾਂ ਉਸ ਦਾ ਵੀ ਜ਼ਿਕਰ ਕੀਤਾ ਹੈ। ਅਸੀਂ ਕਹਿੰਦੇ ਕਿ 7 ਨਾਨਕੇ, 7 ਦਾਦਕੇ ਔਰ 7 ਸਹੁਰੇ, ਇਹ 21 ਕੁਲਾਂ ਤਰ ਜਾਂਦੀਆਂ। ਮਹਾਰਾਜ ਕਹਿੰਦੇ ਇਹ ਗਲਤ ਹੈ। ਅਗਰ ਇਹੀ ਗੱਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਉਸ ਨੂੰ ਹੀ ਸੱਚਖੰਡ ਲਿਜਾਣ ਲਈ ਅਕਾਲ ਪੁਰਖ ਨੂੰ ਖੇਡ ਖੇਡਣੀ ਪਈ ਔਰ ਇਹ ਕਹਿਣਾ ਪਿਆ ਕਿ ਮੈਨੂੰ ਇਸ ਗੱਲ ਦੀ ਲਾਈ ਜਾਂ ਸ਼ਰਮ ਆਈ ਆ ਕਿ ਦੁਨੀਆ ਕੀ ਕਹੇਗੀ ਕਿ ਹੋਵੇ ਨਾਨਕ ਸਤਿਗੁਰੂ ਔਰ ਉਹਦਾ ਬਾਪ ਨਰਕਾਂ 'ਚ ਗੋਤੇ ਖਾਂਦਾ ਹੈ। ਸਾਡਿਆਂ ਨੂੰ ਵੀ ਬੜਾ ਦੁੱਖ ਲੱਗਦਾ। ਉਹ ਤਾਂ ਬਾਣੀ ਦੇ ਅੰਦਰ ਆ, ਜੋ ਕੁਝ ਕਹਿੰਦੇ ਬਾਣੀ 'ਚ ਕਹੋ। ਮਹਾਰਾਜ ਕਹਿੰਦੇ ਹਨ ਫੜ ਉਠਾਏ ਨਿੱਕਾ ਮੁੰਡਾ
उस 10 द्वारी दे अंदर परमात्मा का शब्द सपुत्र रहिंदा है, जिसनों वो कृपा करे असी उसनों कहने इनू शब्द की धार आई, एक गुरुदेव बन गया, सतगुरु बन गया, पैगंबर बन गया, पीर बन गया। पर वो भी उतनी देर जागदा नहीं जिन्ना चिकर अकाल पुरख ना उन्हें जगावे। फड़ उठाए निक्का मुंडा सुत बाला एक जगाई यह, सुत बाला एक जगाई यह हम। फिर उसने निशानी किया। मैं कई सज्जना दे भेजना, वो कहते जी असी फलाना देखा, ਉਹਦੇ अंदर तो महाराज की जोत आने लग पई है। जे जोत आने लग पैंदी तो महाराज जरूर लिखा जाते कि मेरे बाद एक गद्दी चलेगी। लेकिन जिन्होंने सीढ़ी वाली लिखत पढ़ी होगी, उसके अंदर सच्चे पातशाह जी पहला ये लिखा, ये शरीर दा किथे अंत होवे किथे दिन साड़। पंक्ति आ मैं फिर सुना दिना, इस शरीर दा पता नहीं किथे अंत होवे किथे दिन साड़, गुरसिख विहार करन कोई ना आई है। ये शरीर दा पता नहीं किथे अंत होना, असी हुण अंत की जगह बना दे वीरो आ। क्या कि इत्थे अंत है, उत्थे अंत नहीं होया महाराज दा। उत्थे जीव ते ट्रक की टक्कर हुई है। उथों महाराज पूरन सिंह जी नूं उन्होंने शरीर नूं जो उस वेले सट्टां लगियां कि नहीं लगियां, ज़ाहरा तौर पर नहीं लगियां, उन्होंने नवे शहर हस्पताल लै गए। उत्थे डॉक्टर ने कहा कि इन्हों कोई अंदर की सट नहीं है गहरी, इन्हों अमृतसर लै जाओ, घर दे लागे होएगा, अच्छा इलाज चलेगा। उत्थे कन्हंगा का गुरुद्वारा, उतों एक मंजी आंदी मंग के जी वो भी टुट रही सी। महाराज जी नूं उस मंजी दे जो एक ट्रक दे विच रख दी सी, ਉਹਦੇ उत्ते लटा दिता गया। कोल महाराज दे डॉक्टर अर्जुन सिंह सीगा। महाराज कहने लगे, डॉक्टर सानू प्यास लगी, जल छकाओ। डॉक्टर कहना मैं अपने गोडे का सहारा दिता, महाराज नू बिठाया, कोई एक सिख पानी लैन चल गया। पानी आंदा जिस वेले महाराज पूरन सिंह दे लवा नू लाया ते प्राण त्याग गए, जल नहीं छकिया। महाराज का शब्द पहला लिखाया गया जो 3-4 साल, ये शरीर का पता नहीं अंत किथे होए। असी अज उत्थे एक भगतवार बना लिया, वीरवार, लेकिन उत्थे अंत नहीं होया, अंत हस्पताल च होया। किथे देन सार फिर उस लाश नूं रात नूं मॉर्चरी च, जिथे प्राणी दी डेथ तो बाद शरीर रखे जाते हैं, उस मॉर्चरी दे विच रखा गया। सवेर नूं कुछ प्रक्रिया जिहड़ी सी वो डॉक्टर ने की और फिर उन्होंने जेठूवाल ले आंदा। फिर अगले दिन जेठूवाल जिस दिन आ गया, उस तो अगले दिन महाराज जी का संस्कार किया गया। जो मेरे मन की गल है मैं वो आप जी के अगे रखन लगा हाँ। महाराज ने पंक्ति लिखाई, पता नहीं इस शरीर का अंत किथे होवे किथे दिन सार, गुरमुख विहार करन कोई ना आई है।
ਜੋ ਮਹਾਰਾਜ ਪੂਰਨ ਸਿੰਘ ਜੀ ਦੇ ਅੰਤਮ ਸਮੇਂ ਗੁਰਮੁਖਾਂ ਨੂੰ ਕਰਨਾ ਚਾਹੀਦਾ ਸੀ, ਉਹ ਕਾਰਜ ਕਰਨ ਲਈ ਕੋਈ ਵੀ ਸਿੱਖ ਨਹੀਂ ਪੁੱਜਾ। ਤੁਸਾਂ ਜਿਹੜੇ ਹਾਜ਼ਰ ਹੋਣਗੇ ਦੇਖਿਆ ਹੋਵੇਗਾ ਕਿ ਉਸ ਵੇਲੇ ਡਲੀ ਤੇ ਮਲੀ ਵਾਲਾ ਸੌਦਾ ਸੀ। ਇੰਚੀ ਪਰ ਵੀ ਥਾਂ ਇਹੋ ਜਿਹੀ ਨਹੀਂ ਸੀ ਜਿੱਥੇ ਕੋਈ ਸਿੱਖ ਨਹੀਂ ਸੀ ਖੜਾ। ਫਿਰ ਵੀ ਸਤਿਗੁਰਾਂ ਨੇ ਇਹ ਲਿਖਾ ਦਿੱਤਾ ਪਹਿਲਾਂ, ਗੁਰਸਿੱਖ ਵਿਹਾਰ ਕਰਨ ਕੋਈ ਨਾ ਆਈ ਹੈ। ਫਿਰ ਉਹ ਕਿਹੜੀ ਘਟਨਾ ਜਿਹੜੀ ਕਿ ਸੰਗਤ ਨੇ ਜਾਂ ਕੀਤੀ ਨਹੀਂ ਜਾਂ ਗਲਤ ਕੀਤੀ। ਕਿਉਂ ਵੀ ਜਿਹੜੇ ਸੱਜਣ ਗਏ ਹੋਣਗੇ ਉਹ ਦੱਸਣਗੇ ਕਿਹੜੀ ਘਟਨਾ ਉੱਥੇ ਹੋਈ ਜਾਂ ਨਹੀਂ ਹੋਈ। ਸਤਿਗੁਰਾਂ ਅਗਰ ਲਿਖਾਇਆ ਤੇ ਇਹ ਸੱਤ ਹੈ ਕਿ ਗੁਰਸਿੱਖ ਕੋਈ ਗੁਰਮੁਖਾਂ ਵਾਲਾ ਕਰਮ ਕਰਨ ਨਹੀਂ ਗਿਆ ਉੱਥੇ। ਫਿਰ ਵੀ ਕਹਿੰਦੇ ਕਿ ਅਸੀਂ ਜੋ ਹੋਇਆ ਠੀਕ ਹੋ ਗਿਆ। ਅਗਰ ਠੀਕ ਹੋਇਆ ਤੇ ਪੰਕਤੀ ਗਲਤ, ਅਗਰ ਪੰਕਤੀ ਸਹੀ ਤੇ ਠੀਕ ਨਹੀਂ ਹੋਇਆ। ਅਗਰ ਉਸ ਦਿਨ ਦੀ ਲਿਖਤ ਤੋਂ ਪਹਿਲਾਂ ਜੋ ਸੰਗਰਾਂਦ ਆਈ, ਉਸ ਸੰਗਰਾਂਦ ਦੀ ਲਿਖਤ ਪੜ੍ਹਿਓ। ਉਸ ਅੰਦਰ ਸਤਿਗੁਰਾਂ ਨੇ ਲਿਖਾਇਆ ਕਿ ਜਦੋਂ ਇਸ ਦੇਹੀ ਦਾ ਅੰਤ ਹੋਵੇਗਾ, ਉਦੋਂ ਇਹ ਦੋ ਗੱਲਾਂ ਸੰਗਤ ਅਵਸ਼ ਕਰੇਗੀ। ਮਹਾਰਾਜ ਪੂਰਨ ਸਿੰਘ ਦੀ ਜਿਹੜੀ ਸੀੜੀ ਹੋਵੇਗੀ, ਜਾਂ ਬਮਾਨ ਜਿਹਨੂੰ ਕਹਿੰਦੇ ਆ, ਉਹਨੂੰ ਮੋਢਿਆਂ ਤੇ ਚੱਕ ਕੇ ਸੰਗਤ 'ਚ ਘੁਮਾ ਕੇ ਦਿਖਾਇਆ ਜਾਵੇਗਾ। ਨਹੀਂ ਦਿਖਾਇਆ ਗਿਆ, ਇਸ਼ਨਾਨ ਕਰਾਇਆ ਗਿਆ। ਸਰੀਰ ਜਿਹੜਾ ਉਹ ਫੁੱਲ ਗਿਆ ਸੀ ਔਰ ਡਾਕਟਰ ਪਾਲ ਸਿੰਘ ਨੇ ਕਿਹਾ ਕਿ ਅਗਰ ਹੋਰ ਅੱਧਾ ਪੌਣਾ ਘੰਟਾ ਰਿਹਾ ਇਹ ਦੇਹੀ ਫਟ ਜਾਵੇਗੀ, ਫਿਰ ਇਤਨੀ ਬਦਬੂ ਆਵੇਗੀ ਕਿ ਕੋਈ ਲਾਗੇ ਖੜਾ ਨਹੀਂ ਹੋ ਸਕੇਗਾ। ਬਸਤਰ ਬਣਾਤੇ ਔਰ ਜਿੱਥੇ ਚਿਤਾ ਚਿਣੀ ਸੀ ਉੱਥੇ ਲੈ ਗਏ। ਮੈਂ ਫਿਰ ਉਸ ਗੱਲ ਤੇ ਜ਼ੋਰ ਦਿੰਦਾ, ਉਹ ਕਿਹੜਾ ਵਿਹਾਰ ਜਿਹੜਾ ਅਸੀਂ ਨਹੀਂ ਕੀਤਾ। ਉਹ ਮੈਂ ਪਹਿਲਾਂ ਕਹਿ ਗਿਆ ਕਿ ਉਸ ਤੋਂ ਪਹਿਲਾਂ ਸੰਗਰਾਂਦ ਜਿਹੜੀ ਆਈ, ਕਿਉਂਕਿ ਇਹ ਕਥਾ ਜੋ ਦੇ ਛੱਡੀ ਮਹਾਰਾਜ ਜੀ ਨੇ, ਉਹ 27 ਨੂੰ 28-29 ਨੂੰ ਸੰਸਕਾਰ ਹੋਇਆ। ਉਸ ਦੇ ਵਿੱਚ ਸਤਿਗੁਰਾਂ ਕਿਹਾ ਕਿ ਇਸ ਮ੍ਰਿਤਕ ਸਰੀਰ ਦਾ ਅਰਥੀ ਘੁਮਾ ਕੇ ਦਰਸ਼ਨ कराया जाएगा और फिर संगत एक कसम चकेगी। जो नहीं किया, जो करना चाहिए सी नहीं किया, और उसी संगत कसम चकेगी कि अज तो बाद असी कोई सरगुण गुरु नहीं मनांगे, केवल एक ओंकार दा इष्ट मनांगे। ऐसी सच विहार करना संगत ने नहीं किया, उसका खमियाजा अज असी भुगतते हैं। अगर उस दिन संगत कसम खा लेंदी कि असी किसी सरगुण नूं गुरु नहीं मनांगे, शायद साडे अंदर ये तफरका ना पैंदा। दूसरी एक होर गल करनी सी, जो सतगुरां 11 चेत वाले दिन शहनशाह संमत 12 नूं आख्या सी। उस दिन लखारी पूरे नहीं सन उत्थे। सतगुरां एक बारी नहीं, 2 बारी नहीं, 10 बारी नहीं, कोई 15-20 मिनट यही कहते रहे, लखारी इकट्ठे कर लो। अगर सिर्फ वही 4 लखारी जो उस दिन हाजिर सन, वीर जगीर सिंह, वीर सरजीत सिंह, भैन तृप्त कौर,
ਭੈਣ ਜੋਗਿੰਦਰ ਕੌਰ। ਅਗਰ ਇਹ 4 ਲਿਖਾਰੀ ਹੀ ਪੂਰੇ ਸਨ ਤੇ ਜੋਤ ਬਾਰ-ਬਾਰ ਕਿਉਂ ਕਹਿੰਦੀ ਰਹੀ ਕਿ ਲਿਖਾਰੀ ਪੂਰੇ ਕਰੋ? ਇਸ ਦਾ ਉੱਤਰ ਤੇ ਇਹ ਵੀਰ ਦੇ ਸਕਦਾ। ਕਿਉਂ ਨਹੀਂ ਆਖਿਆ? ਕਿਉਂਕਿ ਹਾਜ਼ਰ ਹੈ। ਬਾਕੀ ਉੱਤਰ ਜਾਂ ਸਰਜੀਤ ਸਿੰਘ ਦੇ ਸਕਦਾ ਜਾਂ ਤ੍ਰਿਪਤ ਕੌਰ ਦੇ ਸਕਦੀ, ਜੋਗਿੰਦਰ ਕੌਰ ਨਹੀਂ ਰਹੀ। क्यों महाराज जी ने बार बार आख्या? ज्ञानी जी बिठाए कि नहीं बिठाए? सारिया ने कहा सच्चे पातशाह आप जी सिंघासन के थले, असी सिंघासन के उत्ते बैठ जाइए। कोई ना समझ पाया कि जोत क्यों बार बार कहती कि ज्ञानी जी लिखारी पूरे कर लो, पूरे कर लो। जब नहीं मन्ने जिहड़े लिखारी उत्थे सी ते सच्चे पातशाह इतना जोत ने इतना भी वचन किया, अगर ये सिंघासन ते नहीं बहना चाहते तो चौहां पावियां ते बैठ जान, पर लिखारी पूरे कर लो। बार बार होया लिखारी पूरे कर लो, नहीं पूरे किते असीं उसदा खमियाजा भुगतदे हां। अंत करनगे होएगा, कुछ ना कुछ होएगा, लेकिन अज खेरू खेरू हो गए क्योंकि असी वो दोनों चीज़ां नहीं कीतियां। एक सच्चे पातशाह दे मृतक शरीर दा कि जेड़ा सरगुण आउंदा वो मरदा ही मरदा आ। महाराज पूरन सिंह दे अंतिम शरीर दा दर्शन नहीं कराया कि ये बिनस गया है, ते ना ये कसम चक्की कि अज तो बाद असी किसी देहधारी गुरु नूं गुरु नहीं मन्नांगे। अगर उस दिन ये गल कर ली जाती तो शायद ये ढोंगी गुरु जे साडे संग च बने वो ना बनते। महाराज कहते हैं उस दिन रात नूं जो शक शकूक सी कि महाराज पूरन सिंह तो बाद की होवेगा, वो तो स्पष्ट है उस दे विच कि महाराज पूरन सिंह जी तो बाद जदों संगत दा दीवान लगे, लिखारी आरंभ करनगे, बाणी सुनाउणगे और संगत च बैठा सतगुरु निर्गुण धार होके उसनूं सुनेगा। असी जो करते हैं कि असी ये करके करते कि सतगुरु शब्द उस संगत च हाजिर आ कि सानू उसकी थोड़ी जी तो लाज रखनी चाहिए। अंट शंट नहीं बोलना चाहिए, वही बोलो जो बाणी च। सतगुरु ने कहा तुसी मैनू सुनाओ मैं सुनूंगा, ये उसकी पहली पंक्ति है। इस पंक्ति कोई शक है? तुसी मैनू सुनाओ मैं सुनागा। फिर संगत दे अंदर जदों सत्संग शुरू हुंदा उथे निर्गुण निरंकार की उपस्थिति अवश्य हुंदी है। फिर महाराज जी ने दूसरा शब्द उच्चारण किया, क्या आख्या? संगते तुसी भी सुनिया करियो। क्या असी संगत नूं यही सुनाने जो बाणी च लिखिया? तुसी स्वयं सच्चे पातशाह अकाल पुरख महाराज शेर सिंह जी सिख जे, तुसां नूं पूरा हक आ कि असी लिखारी कित्थों गलत कह गए, सत्संग तो बाद सानू कह सकते तुसी गलती कीती है और साडा धर्म माफी मंगना है। ये भी अज तक किसी ने किया। जरा सच्चे पातशाह क्या कि सुनियो, संगत सुने, ए मनी सिंह दी लिखत्या इनू पूरी कर लेना, नहीं कीती। क्यों नहीं कीती? असी
ਗੁਰਸਿੱਖ ਵਿਹਾਰ ਕਰਨ ਕੋਏ ਨਾ ਆਈਆ। ਗੁਰਸਿੱਖ ਦਾ ਵਿਹਾਰ ਉਹਦੀ ਦਸਮ ਦੁਆਰੀ ਦਾ ਕੁੰਡਾ ਖੁੱਲਣਾ ਆ। ਫੜ ਉਠਾਏ ਖੋਲਣਹਾਰਾ ਸਾਚਾ ਕੁੰਡਾ। ਉਹ ਕੁੰਡਾ ਤੇ ਤਦ ਖੁੱਲਣਾ ਸੀ ਜੇ ਅਸੀਂ ਸਤਿਗੁਰ ਪੂਰਨ ਸਿੰਘ ਦੇ ਮ੍ਰਿਤਕ ਦੇਹੀ ਨੂੰ ਦੀਦਾਰ ਕਰਕੇ ਕਹਿੰਦੇ ਕਿ ਹੁਣ ਇਸ ਤੋਂ ਬਾਅਦ ਸਤਿਗੁਰਾਂ ਕਿਸੇ ਨੂੰ ਗੁਰਤਾ ਨਹੀਂ ਬਖਸ਼ੀ। ਉਸ ਰਾਤ ਦੀ ਜੇ ਨਹੀਂ ਕਮ ਅਜ਼ ਕਮ ਟੇਪ ਹੀ ਸੁਣਾਉਂਦੇ ਸੰਗਤ ਨੂੰ ਕਿ ਸਤਿਗੁਰਾਂ ਦਾ ਅੰਤਮ ਉਪਦੇਸ਼ ਜੇਠੂਵਾਲ ਭਗਤਵਾਲ ਦੇ ਅੰਦਰ ਦਾ ਹੈ। ਸੰਗਤ ਨੂੰ ਸਮਝ ਤੇ ਆਉਂਦੀ। ਹੋਇਆ ਕਿ ਕੋਈ 15-20 ਮਿੰਟ ਦੀ ਟੇਪ ਇਰੇਜ਼ ਕਰ ਦਿੱਤੀ ਗਈ। ਔਰ ਜਦ ਪੁੱਛਿਆ ਕਿ ਇਹ ਇਰੇਜ਼ ਕਿਉਂ ਕੀਤੀ, ਕਹਿਣ ਲੱਗੇ ਜੀ ਇਸ ਦੀ ਮੋਟਰ ਗਰਮ ਹੋ ਗਈ ਸੀ, ਆਵਾਜ਼ ਠੀਕ ਨਹੀਂ ਸੀ ਆਉਂਦੀ। ਉਸ ਤੋਂ ਪਹਿਲਾਂ ਜੋਤ ਸ਼ਬਦ ਧਾਰਦਾ ਲੋਕੀ ਬੁਰਾ ਮੰਨਦੇ ਆ, ਮੰਨੀ ਜਾ। ਉਹ ਪ੍ਰਸ਼ਨ ਕਰਦੀ ਤੇ ਮਹਾਰਾਜ ਪੂਰਨ ਸਿੰਘ ਅੱਗਿਓਂ ਬੜੀ ਧੀਮੀ ਆਵਾਜ਼ ਦੇ ਨਾਲ ਬਚਨ ਕਰਦੇ, ਮੂੰਹ ਚ ਆਵਾਜ਼ ਨਾਲ ਨਿਕਲਦੀ। ਔਰ ਜਿਸ ਵੇਲੇ ਵਿਹਾਰ ਹੋਇਆ ਤੇ ਮਹਾਰਾਜ ਕਹਿਣ ਲੱਗੇ ਹੁਣ ਤੇ ਮੈਨੂੰ ਪਲੰਘ ਦੇ ਹੇਠੋਂ ਕੱਢ ਲਓ। ਜਿਸ ਪਲੰਘ ਦੇ ਥੱਲੇ ਪਹਿਲਾਂ ਲੇਟ ਗਏ ਆਪ, ਵਿਹਾਰ ਖਤਮ ਹੋਣ ਤੋਂ ਬਾਅਦ ਸੰਗਤ ਅੱਗੇ ਤਰਲਾ ਪਾਉਣ ਮੈਨੂੰ ਪਲੰਘ ਦੇ ਹੇਠੋਂ ਤੇ ਕੱਢ ਲਓ। ਫਿਰ ਸਵੇਰ ਨੂੰ ਕੀ ਹੋਇਆ, ਉਸ ਦਿਨ ਕਾਨਪੁਰ ਵਾਲਾ ਅਵਤਾਰ ਸਿੰਘ ਗਿਆ ਹੋਇਆ ਸੀ ਉੱਥੇ। ਅੱਜ ਉਹ ਨਹੀਂ ਵੀਰ। ਮਹਾਰਾਜ ਜੀ ਸ਼ਾਇਦ ਗੱਡੀ 'ਚ ਬੈਠ ਗਏ ਜਾਂ ਕੋਈ ਦੂਰ ਬਾਹਰ ਤੱਕ ਗਏ, ਮੁੜ ਕੇ ਫਿਰ ਆ ਗਏ। ਔਰ ਸਾਰੇ ਜਾਣਦੇ ਆ ਕਿ ਬੀਬੀ ਰਣਜੀਤ ਕੌਰ ਨੂੰ ਕੀ ਸੱਚੇ ਪਾਤਸ਼ਾਹ ਆਖਿਆ। ਉਸ ਵੇਲੇ ਬੀਬੀ ਰਣਜੀਤ ਕੌਰ ਦੀਆਂ ਕੰਘੀ ਨਾਲ ਬਾਲ ਠੀਕ ਕਰਦੀ ਡੁਵਿੱਡੇ ਰਿਹਾਣੇ ਵਾਲੀ ਬੇਬੇ ਨਸੀਬ ਕੌਰ ਸੀ। ਉਹਨੇ ਗੱਲ ਦੱਸੀ ਹੈ। ਮਹਾਰਾਜ ਜੀ ਬਾਹਰੋਂ ਅਵਤਾਰ ਸਿੰਘ ਨੂੰ ਨਾਲ ਲੈ ਕੇ ਆ ਗਏ, ਜਾਂ ਉਸ ਵੇਲੇ ਉਹ ਸਾਖੀ ਸੀ। ਮਹਾਰਾਜ ਕਿਹਾ ਕਿ ਆਪਣਾ ਕੁਰਤੇ ਦਾ ਪਿਛਲਾ ਪਾਸਾ ਝਾੜ ਕੇ ਕਿਹਾ, ਰਣਜੀਤ ਕੌਰੇ ਮੈਂ ਇਸ ਘਰ ਤੋਂ ਕੁਝ ਨਹੀਂ ਲੈ ਕੇ ਚੱਲਿਆ। ਕਿਆ ਸਮਝਦੇ ਉਸ ਵੇਲੇ ਕਿਤਨੀ ਮਹਾਰਾਜ ਜੀ ਦੇ ਦਰਦ ਹੋਵੇਗਾ। ਇਹ ਮੈਨੂੰ ਲੋਕੀ ਕਹਿਣ ਇਹ ਮਹਾਰਾਜ ਪੂਰਨ ਸਿੰਘ ਦਾ ਬਣਾਇਆ ਹੋਇਆ ਸੱਚਖੰਡ ਭਗਤਵਾਲ ਆ। ਲੇਕਿਨ ਜਾਣ ਲੱਗਾ ਕੁਰਤਾ ਝਾੜ ਕਵੇ ਕਿ ਮੈਂ ਇੱਥੋਂ ਕੁਝ ਨਹੀਂ ਲੈ ਕੇ ਚੱਲਿਆ। ਸਾਨੂੰ ਕਿਸੇ ਨੂੰ ਇਸ ਤਰ੍ਹਾਂ ਦੀ ਲਿਖਤ ਕਰਾ ਕੇ ਜੋ ਸੀੜੀ ਦੀ ਲਿਖਤ ਆ। ਉਸ ਤੋਂ ਪਹਿਲਾਂ ਮਹਾਰਾਜ ਨੇ ਕਿਹਾ, ਜਨ ਭਗਤੋ ਤੁਸੀਂ ਮੇਰਾ ਰਹਿਣ ਵਾਲਾ ਘਰ। ਇਹ ਪੰਕਤੀ ਲਿਖਾ ਕੇ ਉਸ ਤੋਂ ਕੋਈ 10-12 ਬਾਅਦ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਪੰਕਤੀ ਲਿਖਾਈ, ਮੈਂ ਨਿੰਦਾ ਕਰਾਉਣੀ ਆਪਣੇ ਘਰ ਦੀ। ਮਹਾਰਾਜ ਕਹਿਣ, ਜਨ ਭਗਤੋ ਤੁਸੀਂ ਮੇਰਾ ਰਹਿਣ ਵਾਲਾ ਘਰ। ਔਰ ਜਗਤ ਪਰਿਵਾਰ ਨੇ ਕਿਹਾ ਅਸੀਂ ਘਰ ਹਾਂ, ਸਾਡੀ ਨਿੰਦਾ ਹੋਈ, ਸਾਡੇ ਤੇ ਮੁਕੱਦਮਾ ਹੋ ਗਿਆ। ਅਗਰ ਉਸ ਦਿਨ ਜੋ ਟੇਪ ਰਿਕਾਰਡ ਕੀਤਾ ਗਿਆ ਸੀ ਸੁਣਾ ਦਿੱਤਾ ਜਾਂਦਾ, ਸ਼ਾਇਦ ਜਿਹੜਾ ਅੱਜ ਇਹ ਭਰਮ ਬਣਿਆ ਕਿ ਫਲਾਣੇ ਨੂੰ ਕਹਿ ਗਏ, ਫਲਾਣੇ ਨੂੰ ਕਹਿ ਗਏ, ਤੂੰ ਮੇਰੇ ਪਿੱਛੋਂ ਆ ਕਰ ਦੇਗਾ, ਕਰ ਦੇ, ਗੁਰੂ ਬਣ ਜਾਏਗਾ, ਫਲਾਣਾ ਹੋ ਜਾਏਗਾ, ਇਹ ਕਦੀ ਭਰਮ ਪੈਦਾ ਨਾ ਹੁੰਦਾ। ਮਹਾਰਾਜ ਕਹਿੰਦੇ ਹਨ,
ਖੋਲਣਹਾਰਾ ਸਾਚਾ ਕੁੰਡਾ, ਜਿਹਨੂੰ ਅਸੀਂ ਦਸਵੇਂ ਦਵਾਰੀ ਕਹਿੰਦੇ ਕਿ ਉੱਥੇ ਕੋਈ ਸੰਦੂਕ ਪਿਆ ਆ, ਪੱਥਰ ਪਿਆ ਆ, ਜਾਂ ਪੰਬੀਰੀ ਦਾ ਖੰਭ ਪਿਆ, ਇਸ ਤਰ੍ਹਾਂ ਦਾ ਸ਼ਾਸਤਰਾਂ ਦੇ ਅੰਦਰ ਉਲੇਖ ਹੈ। ਪਰ ਉਹ ਕੁੰਡਾ ਜਾਂ ਪੱਥਰ ਜਾਂ ਉਸ ਦੇ ਅੰਦਰ ਝਾਤੀ ਮਾਰਨ ਦੀ ਕਿਸੇ ਨੂੰ ਕਦੀ ਹਿੰਮਤ ਨਹੀਂ ਪਈ। ਆਪਣੀ ਹੱਥੀਂ ਪਰਦਾ ਲਾਹੀ ਆ, ਜੇ ਅਕਾਲ ਪੁਰਖ ਚਾਵੇ ਤੇ ਦੱਸ ਸਕਦਾ ਤੇ ਉੱਥੇ ਕੀ ਹੁੰਦਾ ਤੇ ਨਹੀਂ ਤੇ ਨਹੀਂ। ਔਰ ਫਿਰ ਉਠਾਉਣ ਵਾਲਾ, ਦੱਸਣ ਵਾਲਾ ਕੌਣ? ਫੜ ਉਠਾਏ ਨਿੱਕਾ ਮੁੰਡਾ, ਸੁਤ ਬਾਲਾ ਇੱਕ ਜਗਾਈ ਆ। ਫਿਰ ਜੇ ਕਹੋ ਕਿ ਸਤਿਗੁਰੂ ਸ਼ਬਦ ਵੀ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਕਿਸੇ ਦੇ ਅੰਦਰ ਜਾਗਰਤ ਜੋਤ ਦੇਵੇਗਾ ਤੇ ਵੀ ਗਲਤ ਹੈ। ਮਹਾਰਾਜ ਕਹਿੰਦੇ ਆ ਸੁਤ ਬਾਲਾ ਇੱਕ ਜਗਾਈ ਆ, ਜਿੰਨਾ ਚਿਕਰ ਅਕਾਲ ਪੁਰਖ ਸ਼ਬਦ ਧਾਰ ਨੂੰ ਜਾਗਰਤ ਦਸ਼ਾ 'ਚ ਨਹੀਂ ਲਿਆਉਂਦਾ ਤਦ ਤੱਕ ਕਿਸੇ ਗੁਰੂ ਪੀਰ ਨੂੰ ਵੀ ਨਹੀਂ ਪਤਾ ਲੱਗਦਾ ਕਿ ਉੱਥੇ ਹੁੰਦਾ ਕੀ ਹੈ। ਔਰ ਜਿਹਦੇ ਅੰਦਰ ਉਹ ਛੋਟਾ ਬਾਲਾ ਜਾਗ ਪੈਂਦਾ ਹੈ, ਸ਼ਬਦ ਦੀ ਧਾਰ ਜਿਹੜੀ ਉਹ ਸਾਹਮਣੇ ਆ ਜਾਂਦੀ ਆ, ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਸੱਚ ਸੰਦੇਸ਼ਾ ਇੱਕ ਸੁਣਾਉਂਦਾ, ਨਹੀਂ ਤੇ ਕੁੰਡਾ ਨਹੀਂ ਖੁੱਲਿਆ। ਜਿਵੇਂ ਲੋਕ ਡੀਂਗਾ ਮਾਰਦੇ ਆ ਕਿ ਸਾਡੇ ਅੰਦਰ ਜੋਤ ਆ ਗਈ, ਸਾਡੇ ਅੰਦਰ ਸ਼ਬਦ ਆ ਗਿਆ। ਮਹਾਰਾਜ ਕਹਿੰਦੇ ਆ ਸੱਚ ਸੰਦੇਸ਼ਾ, ਸੱਚ ਪਰਮਾਤਮਾ, ਸੰਦੇਸ਼ਾ ਹੁਕਮ। ਫਿਰ ਉਹ ਮੁੰਡਾ ਜਿਸ ਵੇਲੇ ਜਾਗਦਾ ਆ ਤੇ ਉਹ ਅਕਾਲ ਪੁਰਖ ਦਾ ਸੰਦੇਸ਼ ਦਿੰਦਾ, ਅਰਥਾਤ ਉਹਨੂੰ ਇਹ ਤੁਰਦੀ ਬਾਣੀ ਆਉਂਦੀ ਆ, ਨਹੀਂ ਤੇ ਮੁੰਡਾ ਨਹੀਂ ਜਾਗਿਆ। ਸੱਚ ਸੰਦੇਸ਼ਾ ਇੱਕ ਸੁਣਾਉਂਦਾ। ਕਵਿਤਾਵਾਂ ਸਾਡੀ ਸੰਗਤ ਵੀ ਕਈ ਬੰਦਾ ਛੰਦਾਬੰਦੀ ਕਰ ਲੈਂਦੇ ਸਨ। ਉਹਨਾਂ 'ਚ ਇੱਕ ਨਾਮ ਭਗਵਾਨ ਸਿੰਘ ਦਾ ਸੀ, ਸੈਦਪੁਰ ਵਾਲਾ। ਉਹ ਰਾਧਾ ਸੁਆਮੀ ਸੀ, ਸਾਵਣ ਸਿੰਘ ਦਾ ਸਿੱਖ ਸੀ, ਕੋਲ ਚਿੱਪੀ ਰੱਖਿਆ ਕਰਦਾ ਸੀ। ਉਹਨੂੰ ਛੰਦਾਬੰਦੀ ਆਉਂਦੀ ਸੀ। ਕਈ ਕਵੀ ਸਵਰਨ ਸਿੰਘ ਉਹ ਵੀ ਛੰਦਾਬੰਦੀ ਜਾਣਦਾ ਸੀ, ਪਰ ਸਵਰਨ ਸਿੰਘ ਨੂੰ ਆਖਿਆ, ਸਵਰਨ ਸਿੰਘ ਜੋ ਤੂੰ ਕਹਿੰਦਾ ਆ ਇਹ ਤੇਰੀ ਬੁੱਧੀ ਦਾ ਵਿਸਥਾਰ ਆ, ਇਹ ਸ਼ਬਦ ਨਹੀਂ ਹੈ। ਹੋਰ ਵੀ ਬੜੇ ਸਨ ਜਿਹੜੇ ਮਸਤਾਨੇ ਹੁੰਦੇ ਸਨ, ਉਹ ਵੀ ਬਿਰਤੀ ਮਸਤਾਨੀ ਹੋ ਜਾਣੀ, ਛੰਦਾਬੰਦੀ ਕਰਦੇ ਸਨ। ਉਹਨੂੰ ਵੀ ਸੱਚੇ ਪਾਤਸ਼ਾਹ ਬਾਣੀ ਦਾ ਮਾਣ ਨਹੀਂ ਬਖਸ਼ਿਆ। ਫਿਰ ਜਿਸ ਦੇ ਅੰਦਰ ਅਕਾਲ ਪੁਰਖ ਉਹ ਕੁੰਡਾ ਖੋਲ ਦੇਵੇ, ਛੋਟਾ ਬਾਲਾ ਜਾਗ ਪਵੇ। ਮਹਾਰਾਜ ਕਹਿੰਦੇ ਹੁਕਮੀ ਹੁਕਮ ਇੱਕ ਜਣਾਉਂਦਾ ਹਮ, ਹੁਕਮੀ ਜਿਸ ਦਾ ਹੁਕਮ ਚੱਲਦਾ ਹੈ, ਹਾਕਮ। ਹੁਕਮੀ ਹੁਕਮ ਉਹ ਬਾਣੀ ਦੇ ਅੰਦਰ ਜੋ ਸਾਰਿਆਂ ਦਾ ਹਾਕਮ ਆ, ਉਹ ਉਸ ਦੇ ਅੰਦਰ ਆਪਣਾ ਹੁਕਮ ਜਣਾਉਂਦਾ ਆ, ਤੇ ਹਾਕਮ ਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਪਰ ਅਸੀਂ ਬਾਣੀ ਪੜ੍ਹਦੇ ਹਾਂ, ਇਸ ਦੇ ਅੰਦਰ ਜੋ ਹਾਕਮ ਦਾ ਹੁਕਮ ਹੈ, ਅਸੀਂ ਉਹਨੂੰ ਕਦੀ ਤਰਜੀਹ ਨਹੀਂ ਦਿੱਤੀ। ਅਸੀਂ ਤਰਜੀਹ ਦਿੱਤੀ ਢੋਂਗੀਆਂ ਨੂੰ। ਸੱਚ ਸੰਦੇਸ਼ਾ ਇੱਕ ਸੁਣਾਉਂਦਾ, ਤੁਰ ਫਰਮਾਨਾ ਰਾਗ ਲਾਈ ਹਮ, ਹੁਕਮੀ ਹੁਕਮ ਇੱਕ ਜਣਾਉਂਦਾ। ਹੁਕਮੀ ਹੁਕਮ ਦੇਣ ਵਾਲਾ, ਉਹ ਆਪਣਾ ਇੱਕ ਹੁਕਮ ਜਿਸ ਦੇ ਵਿੱਚ ਦੂਸਰਾ ਕੋਈ ਰੱਦੋ ਬਦਲ ਨਹੀਂ ਕਰ ਸਕਦਾ, ਉਹ ਹੁਕਮ ਸੁਣਾਉਂਦਾ। ਬਾਣੀ ਦੇ ਅੰਦਰ ਸਾਰੇ ਜਾਣਦੇ ਕਿ ਮਿੱਟੀ ਮੁਸਲਮਾਨ ਦੀ ਕਹਿਣ ਦੇ ਨਾਲ, ਮਿੱਟੀ ਬੇਈਮਾਨ ਦੀ ਕਹਿਣ ਦੇ ਨਾਲ ਇੱਕ ਸ਼ਬਦ ਬਦਲ ਦਿੱਤਾ, ਮੁਸਲਮਾਨ ਤੋਂ ਬੇਈਮਾਨ। 4 ਗੁਰੂ ਸਾਹਿਬਾਨ ਉਸ ਦੇ ਮੱਥੇ ਨਹੀਂ ਲੱਗੇ ਰਾਮ ਰਾਏ ਦੇ। ਅੱਜ ਸਾਨੂੰ ਕੀ ਦੱਸਿਆ ਜਾਂਦਾ? ਠੀਕ ਆ, ਅਸੀਂ ਸਾਰੇ ਇਨਫਾਲੀਬਲ ਨਹੀਂ,
ਜਿਹਨੂੰ ਕਹਿੰਦੇ ਕਿ ਅਸੀਂ ਕਸੂਰ ਕਰਤਾ ਨਹੀਂ ਹਾਂ, ਸਾਰੇ ਕਸੂਰ ਕਰਤਾ ਹੈ। ਪਰ ਹੇ ਗੁਰਮੁਖ ਜਨੋ, ਅਸੀਂ ਕੀ ਕੀਤਾ? ਅਸੀਂ ਤੇ ਉਹ ਬਾਣੀ ਵੀ ਨਾ ਸੁਣੀ, ਔਰ ਉਹ ਬਾਣੀ ਛੁਪਾ ਲਈ ਗਈ। ਸੱਚੇ ਪਾਤਸ਼ਾਹ ਜੀ ਮਾਰਚ ਦੇ ਵਿੱਚ ਦੇ ਛੱਡੀ, 17 ਹਾੜ ਜਾਂ ਜੂਨ ਦੇ ਅੰਤ ਜਾਂ ਜੁਲਾਈ ਦੀ 1 ਤਾਰੀਖ ਨੂੰ ਹੁੰਦਾ। ਮੈਂ ਕਿਹਾ ਕਾਵਤ ਕਿ ਮੈਨੂੰ ਇਸ ਗੱਲ ਦਾ ਪਤਾ ਸਰਦਾਰ ਸੇਵਾ ਸਿੰਘ ਪਿਆਰਾ ਤੋਂ ਲੱਗਾ। ਦਿੱਲੀ ਮੈਨੂੰ ਮਿਲਿਆ, ਕਹਿਣ ਲੱਗਾ ਕੁਛ ਪਤਾ ਕਿ 11 ਚੇਤ ਨੂੰ ਕੀ ਹੋਇਆ? ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਕਿਹਾ ਮੈਨੂੰ ਤਾਂ ਪਤਾ ਕੋਈ ਨਹੀਂ। ਫਿਰ ਉਸਨੇ ਦੱਸਿਆ ਕਿ 11 ਚੇਤ ਨੂੰ ਰਾਤ ਨੂੰ ਕੀ ਹੋਇਆ ਸੀ। ਮੈਂ ਕਿਹਾ ਵੀ ਜਾਵਾਂਗਾ, ਪੁੱਛਾਂਗਾ। ਮੈਂ ਜੇਠੂਵਾਲ ਆਇਆ। ਮੈਂ ਕਿਹਾ ਜੀ ਉਸ ਦਿਨ ਰਾਤ ਨੂੰ ਕੀ ਹੋਇਆ ਸੀ? ਉਹ ਲਿਖਤ ਦੀ ਕਾਪੀ ਗਰਦੌਲ ਦੇ ਸਰਾਣੇ ਸੀ, ਨਹੀਂ ਦਿੰਦਾ ਸੀ ਕਿਸੇ ਨੂੰ। ਮੈਂ ਨਾਂ ਲੈਂਦਿਆਂ ਸ਼ਰਮ ਨਹੀਂ ਆਉਂਦੀ। ਮੈਂ ਤਰਲੇ ਬੜੇ ਕੀਤੇ। ਫਿਰ ਸ਼ਾਮ ਨੂੰ ਸਰਜੀਤ ਸਿੰਘ, ਦੀਦੀ ਸੁੱਚੋ, ਇੱਕ ਸ਼ਾਨ ਜਾਂ ਜਿੰਦਰ ਸੀ, ਇੱਕ ਮੈਂ ਸੀ, 4 ਜਣੇ ਸਾਂ। ਮੈਨੂੰ ਕਹਿਣ ਲੱਗੇ ਟੇਪ ਸੁਣਾ ਦਿਆਂਗੇ, ਲਿਖ ਕੇ ਨਹੀਂ ਦਿਆਂਗੇ। ਮੈਂ ਕਿਹਾ ਮੈਂ ਤੇ ਲਿਖ ਕੇ ਚਾਹੁੰਦਾ, ਹੋਇਆ ਕੀ ਪਤਾ ਲੱਗੇ। ਮੈਨੂੰ ਨਹੀਂ ਪਤਾ, ਮੇਰੇ ਕੋਲ ਇੰਨੀ ਸਲਿੱਪ ਜਿਹੜੀ ਹੈ ਉਹ ਗੁੰਮ ਗਈ। ਉਹ 4 ਲਾਈਨਾਂ ਦੀਦੀ ਸੁੱਚੋ ਨੇ ਲਿਖ ਕੇ ਦਿੱਤੀਆਂ ਕਿ ਆ ਆਖਿਆ। ਬਾਕੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਕਿਹਾ ਜੀ ਦੇ ਦਿਆਂਗੇ, ਕਰ ਲਾਂਗੇ, ਨਾ ਕਰ ਲਾਂਗੇ। ਉਸ ਬਾਣੀ ਨੂੰ ਵੀ ਛਪਾਉਣਾ ਚਾਹਿਆ ਕਿ ਮਹਾਰਾਜ ਉਸ ਦਿਨ ਫੂੜੀ ਵਿਛਾ ਲਈ। ਫੂੜੀ ਉਹ ਮਰ ਗਏ ਬਸਤਰ ਹੁੰਦਾ ਜਿਹੜਾ ਮਰਨ ਵੇਲੇ ਧਰਤੀ ਤੇ ਵਿਛਾ ਕੇ ਮਰਨ ਵਾਲੇ ਨੂੰ ਉੱਤੇ ਲਿਟਾਤਾ ਜਾਂਦਾ। ਉਸ ਦਿਨ ਫਿਰ ਪਹਿਲਾਂ ਤੇ ਸਾਰੀ ਸੰਪਤੀ, ਜਿਸ ਦਿਨ ਮਹਾਰਾਜ ਪੂਰਨ ਸਿੰਘ ਜੀ ਦਾ ਐਕਸੀਡੈਂਟ ਹੋ ਕੇ ਸੰਸਕਾਰ ਹੋਇਆ, ਉਸ ਦਿਨ ਕਬਜ਼ੇ 'ਚ ਕੀਤੀ। ਮੁੜ ਕੇ 17 ਹਾੜ ਨੂੰ ਸਭ ਕੁਝ ਹੜਪ ਕਰ ਲਿਆ। ਮੁਕੱਦਮਾ ਜੋ ਗਿਆਨੀ ਜੀ ਹੋਰਾਂ ਨੇ ਕਿਹਾ ਸੀ, ਮੁਕੱਦਮਾ ਮੇਰਾ ਹੈ। ਅਗਰ ਕੋਈ ਬੂੰਦੀ ਵਾਲਾ ਹੋਵੇ ਤਾਂ ਪਤਾ ਹੋਣਾ ਚਾਹੀਦਾ। ਕਿਸੇ ਨੇ ਇਹ ਕਿਹਾ ਸੀ ਕਿ ਗਿਆਨੀ ਜੀ ਦਰਸ਼ਨ ਸਿੰਘ ਲਖਾਰੀ ਨੇ ਅਮਰਜੀਤ ਸਰਜੀਤ ਸਿੰਘ ਤੇ ਮੁਕੱਦਮਾ ਕੀਤਾ, ਤੁਸੀਂ ਉਹਨਾਂ ਦਾ ਪੱਖ ਪਾਲਦੇ ਜੇ। ਪਿਛਲੀ ਰਾਤ ਤੁਸੀਂ ਬਾਣੀ ਦਾ ਪ੍ਰਕਾਸ਼ ਕਰਾਇਆ, ਅੱਜ ਪਲੰਘ ਕਿਉਂ ਨਹੀਂ ਲਾਉਂਦੇ? ਗਿਆਨੀ ਗੁਰਮੁਖ ਸਿੰਘ ਨੇ ਬੜੀ ਸੰਗਤ ਸੀ, ਹਿੱਕ ਠੋਕ ਕੇ ਆਖਿਆ ਸੀ ਇਹ ਮੁਕੱਦਮਾ ਦਰਸ਼ਨ ਸਿੰਘ ਦਾ ਨਹੀਂ, ਇਹ ਮੁਕੱਦਮਾ ਮੇਰਾ ਸੀ। ਗੁਰਪ੍ਰਵਾਰ ਨੇ ਕਿਹਾ ਸੀ ਅਸੀਂ ਜਾਇਦਾਦ ਤੇ ਕਬਜ਼ਾ ਕਰਕੇ ਚਾਬੀਆਂ ਖੂਹ 'ਚ ਸਿਰ ਦੀਆਂ, ਗਿਆਨੀ ਨਿਕਲਦੀਆਂ ਤੇ ਗੱਲ। ਔਰ ਇਹ ਆਖਿਆ ਕਿਹਨੇ? ਚੰਨੇ ਦਾ ਭਰਾ ਕੀ ਉਸਦਾ ਨਾਂ, ਉੱਥੇ ਜੇਠੂਵਾਲ ਰਹਿੰਦਾ ਜਿਹੜਾ, ਮਹਿੰਦਰ ਸਿੰਘ ਮਾਂਗਾ ਸਰਾਏ ਵਾਲਾ। ਉਹਨੇ ਆਖਿਆ ਸੀ ਤੇ ਗਿਆਨੀ ਜੀ ਹੋਰਾਂ ਨੇ ਉਸ ਨੂੰ ਉੱਤਰ ਦਿੱਤਾ ਸੀ ਕਿ ਉਹਨਾਂ ਮੈਨੂੰ ਕਿਹਾ ਸੀਗਾ ਕਿ ਚਾਬੀਆਂ ਖੂਹ ਸੇ ਦਿੱਤੀਆਂ, ਗਿਆਨੀ ਜੀ ਕੱਢੀਆਂ, ਕੱਢ ਲਾ, ਨਿਕਲਦੀਆਂ ਤੇ ਕੱਢ ਲਾ। ਉਹਨਾਂ ਆਪਣੇ ਵੱਲੋਂ ਕਬਜ਼ਾ ਕਰ ਲਿਆ। ਖੈਰ ਮਹਾਰਾਜ ਕਹਿੰਦੇ ਆ, ਅਗਰ ਇਹ ਗੱਲ ਹੁੰਦੀ, ਕਿਆ ਉਸ ਦਿਨ ਹੁਕਮੀ ਅਕਾਲ ਪੁਰਖ ਜਿਸ ਦਾ ਹੁਕਮ ਚੱਲਣਾ, ਉਸਨੇ ਹੁਕਮ ਕੀ ਦਿੱਤਾ ਸੀ? ਜਿਸ ਦਾ ਗਿਆਨੀ ਜੋ ਰੋਜ਼ ਪਰੀ ਸੰਗਤ ਚ ਕੀਤਾ ਕਿ ਮੁਕੱਦਮਾ ਮੇਰਾ ਆ, ਜਗੀਰ ਸਿੰਘ ਤੇ ਦਰਸ਼ਨ ਸਿੰਘ ਦਾ ਮੁਕੱਦਮਾ ਨਹੀਂ ਆ। ਕਿ ਅੱਜ
ਉਸ ਹੁਕਮੀ ਦੇ ਹੁਕਮ ਨੂੰ ਵੀ ਬਦਲਿਆ ਜਾ ਰਿਹਾ। ਹੁਣੇ ਕਿਸੇ ਸੱਜਣ ਨੇ ਗੱਲ ਇੱਕ ਕੀਤੀ, ਇਹ ਭਰਮਾਉਣ ਲਈ ਕਿ ਉਹਨਾਂ ਨੇ 9 ਮੱਘਰ ਆ, ਸ਼ਾਇਦ ਕਿਹੜਾ ਦਿਨ ਦਿੱਤਾ, ਦਿੱਲੀ ਆਉਣਾ ਜਿੱਦਣ ਅਗਲੀ ਵਾਰੀ ਆਏ ਸੀ 9 ਮਾਘ ਜੀ। ਉਹਨਾਂ ਨੂੰ ਕਹਿ ਦੇਣਾ ਅਸੀਂ ਤੇ ਉਸੇ ਤਰ੍ਹਾਂ ਸਤਸੰਗ ਕਰਨਾ ਨਾ, ਅਸੀਂ ਕੋਈ ਝਗੜਾ ਨਹੀਂ ਕਰਨਾ। ਔਰ ਝਗੜੇ ਲਈ ਵੰਗਾਰ ਕੇ ਜਿਵੇਂ IAS ਦੇ ਆਦਮੀ ਭਰਤੀ ਕੀਤੇ ਜਾਂਦੇ ਆ, ਕੀ ਤੁਸੀਂ ਥੜਾ ਢਾਓਗੇ? ਕੀ ਤੁਸੀਂ ਇੰਜ ਕਰੋਗੇ, ਜੇਲਾਂ ਭਰੋਗੇ? ਤੇ ਦੂਜਿਆਂ ਨੂੰ ਕਹਿੰਦੇ ਦਰਸ਼ਨ ਸਿੰਘ ਨੂੰ ਕਹਿ ਦੇਣਾ ਅਸੀਂ ਕੁਛ ਨਹੀਂ ਕਰਨਾ, ਅਸੀਂ ਸ਼ਾਂਤਮਈ ਰਵਾਂਗੇ। ਇਹੀ ਹੁਕਮੀ ਦਾ ਹੁਕਮ ਆ। ਹੁਕਮੀ ਦਾ ਹੁਕਮ ਦਿੱਲੀ ਦਰਬਾਰ ਲਈ ਇੱਥੇ ਧਰਮ ਦੀ ਖੁੱਲੇਗੀ ਕਿਤਾਬ। ਉੱਥੇ ਮੂਰਤੀ ਪੂਜਾ ਨਹੀਂ ਹੋ ਸਕਦੀ, ਉੱਥੇ ਧਰਮ ਦੀ ਕਿਤਾਬ ਹੀ ਖੁੱਲੇਗੀ, ਜਿਸ ਤੋਂ 9 ਖੰਡ ਪ੍ਰithvi ਆਣ ਕੇ ਸੱਚੇ ਪਾਤਸ਼ਾਹ ਦੀ ਬਾਣੀ ਦਾ ਜੋ ਮਾਰ ਗਿਆ ਉਹ ਪੁੱਛਿਆ ਕਰਨਗੇ। ਇਹ ਪੰਕਤੀ ਜੇਠੂ ਵਾਲੇ ਲਈ ਨਹੀਂ, ਲੇਕਿਨ ਸੁਣਾਈ ਜਾਂਦੀ ਕਿ ਪੰਗਤੀ ਜੇਠੂ ਵਾਲੇ ਭਗਦਵਾਰ ਲਈ ਹੈ। ਮਹਾਰਾਜ ਕਹਿੰਦੇ ਆ ਹੁਕਮੀ ਦਾ ਹੁਕਮ, ਜੋ ਹੁਕਮ ਆ ਕਿ ਭਗਤਦਵਾਰ ਸੰਗਤ ਦੀ ਜਾਗੀਰ ਹਨ। ਮਹਾਰਾਜ ਦਾ ਹੁਕਮ ਸੰਗਤੇ ਜੇਠੂ ਵਾਲੇ ਭਗਤਦਵਾਰ ਲਈ, ਤੁਹਾਡਾ ਭਗਤਦਵਾਰ ਜੁਗਾ ਜੁਗ ਵਸਦਾ ਰਹੇ, ਤੁਸੀਂ ਨਿਤ ਖੁਸ਼ੀਆਂ ਨਾਲ ਆਉਂਦੇ ਰਹੋ। ਇਤਨਾ ਦੁੱਖ ਲੱਗਦਾ ਕਿ ਕੀ ਕੁਛ ਹੋਇਆ। ਅੱਜ ਜੇਠੂ ਵਾਲੇ ਭਗਤਦਵਾਰ ਨੂੰ ਚੀਰ ਕੇ 2 ਹਿੱਸੇ ਕਰ ਲਏ। ਮੀਨਾਰ ਉਹ ਦੀਦੀ ਸੁੱਚੋ ਨੇ ਕਿਹਾ ਮੇਰਾ ਆ, ਔਰ ਪਿਛਲਾ ਪੋਰਸ਼ਨ ਉਸ ਦੇ ਪਰਿਵਾਰ ਦਾ ਹੈ। ਕਿਆ ਸੱਚੇ ਪਾਤਸ਼ਾਹ ਇਹੋ ਕਿਹਾ ਸੀ ਕਿ ਮੇਰੇ ਭਗਤਦਵਾਰ ਦੇ ਟੋਟੇ ਕਰ ਦਿਓ? ਤੁਹਾਨੂੰ ਕਿਸੇ ਨੇ ਦੱਸੀ ਇਹ ਗੱਲ? ਸਾਰੇ ਚੁੱਪ ਕਰਕੇ ਬੈਠੇ, ਵੀ ਕੋਈ ਨਹੀਂ ਕਹਿੰਦਾ ਹਾਂ। ਫਿਰ ਉਹ ਕਹਿੰਦੇ ਜੀ ਦਰਸ਼ਨ ਸਿੰਘ ਗਲਤ ਕਹਿੰਦਾ ਹੈ। ਗਲਤ ਨਹੀਂ ਕਹਿੰਦਾ, ਮੈਂ ਸਿਰਫ ਜਿਹੜੀ ਸੱਚਾਈ ਕਹਿੰਦਾ ਆ। ਔਰ ਕਹਿਣ ਲੱਗਿਆ ਮੈਨੂੰ ਡਰ ਨਹੀਂਗਾ। ਔਰ ਮਹਾਰਾਜ ਕਹਿੰਦੇ ਆ ਹੇ ਗੁਰਮੁਖ ਜਨੋ, ਉਸ ਹੁਕਮੀ ਦਾ ਹੁਕਮ ਉਸ ਦਾ ਪੁੱਤਰ ਸ਼ਬਦ ਸੁਣਾਉਂਦਾ ਆ, ਔਰ ਉਸ ਨੂੰ ਕੋਈ ਬਦਲ ਨਹੀਂ ਸਕਦਾ। ਤੇ ਹੁਕਮੀ ਇਸ ਹੁਕਮ ਦੁਆਰਾ ਜੋ ਉਸ ਦਾ ਪੁੱਤਰ ਜਗਤ ਭਾਸ਼ਾ ਚ ਅਸੀਂ ਕਹਿ ਸਕਦੇ ਮਹਾਰਾਜ ਪੂਰਨ ਸਿੰਘ, ਜਗਤ ਭਾਸ਼ਾ, ਭਗਤ ਭਾਸ਼ਾ ਨਹੀਂ ਹੋ। ਤਾਂ ਮੈਂ ਕਹਿੰਦਾ ਨਾ ਕਿ ਬੜਾ ਕਠਿਨ ਹੈ ਇਸ ਦੇ ਉੱਤੇ ਕਥਾ ਕਰਨੀ। ਮਹਾਰਾਜ ਕਹਿੰਦੇ ਸਾਚੇ ਮਾਰਗੇ ਆਪੇ ਲਾਉਂਦਾ। ਇਹ ਜੋ ਬਾਣੀ ਉਸ ਦੇ ਛੋਟੇ ਬਾਲੇ ਨੇ ਉਚਾਰੀ, ਛੋਟੇ ਮੁੰਡੇ ਨੇ ਉਚਾਰੀ, ਜੋ ਨਿੱਕਾ ਮੁੰਡਾ, ਇਹੀ ਸਾਡੇ ਸੰਸਾਰ ਦਾ ਮਾਰਗ ਹੋਵੇਗਾ। ਫਿਰ ਉਸ ਨੂੰ ਤੋੜਨਾ ਮਰੋੜਨਾ ਤੇ ਮਹਾਪਰਾਧ ਆ। ਆਖੋ ਗੱਜ ਕੇ ਕਿ ਮਹਾਰਾਜ ਜੀ ਨੇ ਇਹ ਆਖਿਆ ਆ, ਸਾਚੇ ਮਾਰਗੇ ਆਪੇ ਲਾਉਂਦਾ। ਸਾਨੂੰ ਕੀ ਮਾਰਗ ਦੱਸਿਆ? ਸਤਧਰਮ ਲਾਉਣਾ ਆ। ਸਤਧਰਮ ਕਿੱਦਾਂ ਲੱਗੇਗਾ? ਮਹਾਰਾਜ ਦੀ ਬਾਣੀ ਚ ਉਤਨੀ ਦੇਰ ਸਤਧਰਮ ਨਹੀਂ ਲੱਗੇਗਾ ਜਿਤਨੀ ਦੇਰ ਗੁਰਤਾ ਇੱਕ ਪ੍ਰਾਣੀ ਦੇ ਕੋਲ ਹੋਵੇਗੀ। ਮਹਾਰਾਜ ਨੇ ਉਸ ਸ਼ਬਦ ਦੇ ਅੰਦਰ ਆਖਿਆ, ਸਤਧਰਮ ਕਹਿੰਦਾ ਹੈ ਅਕਾਲ ਪੁਰਖ, ਜੇ ਅਗਾਂ ਤੈਂ ਆਪਣਾ ਕਾਰਜ ਸੌਂਪਣਾ ਤੇ 5 ਸਿੱਖਾਂ ਨੂੰ ਸੌਂਪ ਦੇਈ।
ਇੱਕ ਨੂੰ ਨਾ ਸੌਂਪੀ ਨਹੀਂ ਫਿਰ ਉਹ ਕਲਯੁਗ ਵਾਲੀ ਰੌਂਸ ਚੱਲ ਪਵੇਗੀ। ਤੇ ਫਿਰ ਸਾਚੇ ਮਾਰਗ ਉਸ ਛੋਟੇ ਮੁੰਡੇ ਨੇ, ਉਸ ਸਤਿਗੁਰੂ ਸ਼ਬਦ ਨੇ ਇਹ 24 ਗ੍ਰੰਥ ਦੀ ਰਚਨਾ ਰਚ ਦਿੱਤੀ, ਜਿਸ ਵਿੱਚ ਅਕਾਲ ਪੁਰਖ ਦਾ ਸੱਤ ਮਾਰਗ ਆ। ਇਸ ਸੱਤ ਮਾਰਗ ਨੂੰ ਆਪਾਂ ਬੈਠ ਕੇ ਜਿਤਨੀ ਸੁਮਤ ਸਤਿਗੁਰਾਂ ਦਿੱਤੀ ਆ, ਉਸ ਸੁਮਤ ਦੇ ਮੁਤਾਬਕ ਆਪਾਂ ਅਰਥ ਕਰ ਲਿਆ ਕਰੀਏ। ਵਰਨਾ ਲੋਕ ਕਹਿੰਦੇ ਜੀ ਇਸ ਦੇ ਅਰਥ ਨਹੀਂ ਹੋ ਸਕਦੇ। ਇਸ ਦੇ ਅਰਥ ਤਾਂ ਉਹੀ ਜਾਣਦਾ ਜਿਸ ਲਿਖਾਇਆ ਸੱਤ ਹੈ। ਪਰ ਉਸ ਦਾ ਇਹ ਵੀ ਕਥਨ ਆ, ਜਿਵੇਂ ਜਿਵੇਂ ਬਾਣੀ ਆਈ ਲਿਖਾਰੀ ਲਿਖਦੇ ਗਏ। ਮੰਨਣਾ ਤੇ ਤੁਸਾਂ ਮੰਨਾਂਗੇ ਕਿ ਇਹਨੂੰ ਜਦੋਂ ਅਰਥ ਨਹੀਂ ਆਉਂਦੇ ਸਾਨੂੰ। ਅਗਰ ਅਰਥ ਨਹੀਂ ਆਂਦੀ ਮੰਨਾਂਗੇ ਕਿਆ ਖਾਕ। ਮਹਾਰਾਜ ਕਹਿੰਦੇ ਸਾਚੇ ਮਾਰਗ ਕੌਣ? ਮੁੰਡਾ ਸਤਿਗੁਰੂ ਸ਼ਬਦ। ਉਹਨੇ ਸਾਚੇ ਮਾਰਗ ਆਪੇ ਲਾਉਂਦਾ ਹਮ ਰੇਬਰ ਬਣੇ। ਪੰਜ ਤੱਤ ਦੇ ਬੋਰੇ ਬਣ ਗਏ ਰੇਬਰ। ਬਾਣੀ ਪੰਜ ਤੱਤ ਦੇ ਮਲ ਮੂਤਰ ਦੇ ਬੋਰੇ ਆਖਿਆ ਇਹਨਾਂ ਨੂੰ। ਕੀ ਮਹਾਰਾਜ ਦੇ ਬਾਅਦ ਇਹ ਪੰਜ ਤੱਤੀ ਇਨਸਾਨ ਸੰਗਤ ਦਾ ਰੇਬਰ ਬਣੇਗਾ? ਮਹਾਰਾਜ ਕਹਿੰਦੇ ਸਾਚੇ ਮਾਰਗ ਆਪੇ ਲਾਉਂਦਾ ਹਮ ਰੇਬਰ ਬਣੇ। ਸੰਗਤ ਨੂੰ ਮਾਰਗ ਦੱਸਣ ਵਾਲਾ ਕੌਣ? ਨੂਰ ਖੁਦਾਈ ਆ। ਉਹ ਅਕਾਲ ਪੁਰਖ ਦੀ ਜੋਤ ਹੋਵੇਗੀ, ਉਹ ਪੰਜ ਤੱਤ ਨਹੀਂ ਹੋਵੇਗਾ। ਅਸੀਂ ਪੰਜ ਤੱਤਾਂ ਦੇ ਹੱਥ ਆਪਣੀ ਬਾਗ ਡੋਰ ਫੜਾ ਦਿੱਤੀ। ਬਣੇ ਨੂਰ ਖੁਦਾਈ ਆ, ਕਰਨੀ ਕਰਤਾ ਆਪ ਕਰਾਉਂਦਾ। ਫਿਰ ਜੋ ਅੱਜ ਹੋ ਰਿਹਾ ਉਹ ਉਸ ਦੇ ਮਾਰਗ ਤੇ ਵਰਖਲਾਫ ਆ, ਪਰ ਕਰਾਉਣ ਵਾਲਾ ਵੀ ਸੱਚੇ ਪਾਤਸ਼ਾਹ। ਉਹਦੀ ਕਰਨੀ ਦੇ ਕਰਤੇ ਤੋਂ ਬਿਨਾ ਜਿਸ ਪੁਆਇੰਟ ਤੇ ਅੱਜ ਜ਼ਿੰਦਗੀ ਦੇ ਪੁਆਇੰਟ ਤੇ ਅਸੀਂ ਖੜੇ ਆ, ਉਹ ਪਰਮਾਤਮਾ ਨੇ ਕਰਾਈ। ਦੂਜਾ ਸੰਗ ਨਾ ਕੋਏ ਰਖਾਈ ਹਮ, ਕਿਉਂਕਿ ਉਹ ਜੋ ਕਹਿੰਦਾ ਸੱਤ ਕਰਦਾ। ਤੇ ਸੱਚੇ ਪਾਤਸ਼ਾਹ ਬਾਣੀ ਦਿਖਾਤੀ ਸੀ ਕਿ ਜਿਸ ਵੇਲੇ ਪਿਆਰਿਆਂ ਨੇ ਕਹਿਣਾ ਕਿ ਇਤੋਂ ਗਿਣ ਗਿਣ ਕੇ ਬਦਲੇ ਲੈ ਲਓ। 3.5 ਰੱਸੀ ਉਧਰ ਮਹਾਰਾਜ ਜੀ ਦੇ ਹੱਥ ਨੂੰ ਕੜਾ ਜਿਹੜਾ ਸੀ ਉਸ ਨੂੰ ਬੰਨ ਦਿੱਤੀਆਂ ਗਈਆਂ, ਔਰ ਉਹ 5 ਰੱਸੀਆਂ ਪਿਆਰਿਆਂ ਨੂੰ ਪਕੜਾ ਦਿੱਤੀਆਂ ਗਈਆਂ। ਔਰ ਸੱਚੇ ਪਾਤਸ਼ਾਹ ਸੰਗਤ ਦੇ ਅੰਦਰ ਘੁੰਮਦੇ ਫਿਰਦੇ ਸਨ, ਲਿਖਤ ਵੀ ਕਰਾਉਂਦੇ ਸਨ, ਤੇ ਨਾਲ ਇਹ ਵੀ ਕਿਹਾ ਕਿ ਪਿਆਰੇ ਇਹ ਆਖੋ ਕਿ ਇਸ ਨੂੰ ਸਾਨੂੰ ਯੁੱਗਾਂ ਪ੍ਰਮਾਣ ਬੜਾ ਸਤਾਇਆ ਆ, ਇਸ ਤੋਂ ਹੁਣ ਗਿਣ ਗਿਣ ਕੇ ਬਦਲੇ ਲੈ ਲਓ। ਫਿਰ ਉਸ ਦੇ ਵਿੱਚ 5 ਪਿਆਰਿਆਂ ਦਾ ਰੋਲ ਬਹੁਤ ਵੱਡਾ ਸੀ। ਇੱਕ ਸਿਰਫ ਗਿਆਨੀ ਗੁਰਮੁਖ ਸਿੰਘ ਜਿਹੜਾ ਸੀ ਉਹ ਉਸ ਦੇ ਅੰਦਰ ਨਹੀਂ ਆਇਆ, ਤੇ ਨਾ ਆਇਆ ਸਰਦਾਰ ਸੇਵਾ ਸਿੰਘ, ਕਿਉਂਕਿ ਉਹ ਜੇਠੂਵਾਲ ਤੋਂ ਦੂਰ ਸੀ। ਬਾਕੀ 3 ਪਿਆਰਿਆਂ ਨੇ ਇੱਕ ਮੀਟਿੰਗ ਕੀਤੀ। ਆਖਿਆ ਕਿ ਤੁਸੀਂ 5 ਪਿਆਰੇ ਇਸ ਸੰਗਤ ਜਿੱਥੇ ਅੱਜ ਖੜੀ ਆ ਉਹਦਾ ਹੱਲ ਤੁਸੀਂ ਢੂੰਡੋ। ਔਰ ਇਹ 5 ਪਿਆਰੇ, ਉਹਨਾਂ 3 ਪਿਆਰਿਆਂ ਨੇ ਆਖਿਆ ਕਿ ਤੂੰ ਸਾਡੇ ਭਰਾ ਨਾਲ ਭਤੀਜਿਆਂ ਨਾਲ ਲੜਾਈ ਕਰਾਉਣਾ ਚਾਹੁੰਦਾ, ਅਸੀਂ ਨਹੀਂ ਕਰਨਾ। ਜਵਾਬ ਦੇ। ਅਗਰ ਉਸ ਦਿਨ ਸੱਚੇ ਪਾਤਸ਼ਾਹ ਇਹ ਲਿਖਤ ਕਰਾਤੀ, 5 ਪਿਆਰਿਆਂ ਦੇ ਹੱਥ ਰੱਸੀ ਫੜਾਤੀ, ਆਖਿਆ ਕਿ ਗਿਣ ਗਿਣ ਬਦਲੇ ਲੈ ਲਓ। ਅੱਜ ਸੰਗਤ ਗਿਣ ਗਿਣ ਕੇ ਬਦਲੇ ਲੈਂਦੀ ਆ। ਅਸੀਂ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਾਂਗੇ, ਅਸੀਂ ਕਿਸੇ ਪੰਜ ਤੱਤੀ ਦਾ ਹੁਕਮ ਮੰਨਾਂਗੇ। ਜਿਹਦੇ ਬਾਰੇ ਮਹਾਰਾਜ ਕਿਹਾ, ਇਹਨਾਂ ਬੱਚਿਆਂ ਦੀ ਖਾਤਰ ਜਨ ਭਗਤੋ ਬਣਿਓ ਨਾ ਗੰਦੇ, ਗੰਦਗੀ ਅੰਦਰੋਂ ਦੇਣੀ ਕਢਾਈ ਆ। ਅੱਜ ਉਹ ਜੋ ਗੰਦੇ ਬਣ ਗਏ ਕਿ ਕਿਹਾ ਕਿ ਬਾਣੀ ਜਿਹੜੀ ਇਸ ਦਾ ਕੋਈ ਮੁੱਲ ਨਹੀਂ। ਪੰਜ ਤੱਤੀ ਗੁਰੂ ਦਾ ਮੁੱਲ ਆ, ਉਹ ਸਾਡਾ ਬਾਪ ਆ, ਉਹ ਸਾਨੂੰ ਸਭ ਕੋਈ ਬੇੜਾ ਪਾਰ ਕਰੇਗਾ।
ਉਹਨੂੰ ਤੇ ਪਾਤਸ਼ਾਹ ਗੰਦੇ ਆਖਿਆ। ਮਹਾਰਾਜ ਕਹਿੰਦੇ ਆ ਇਹ ਸੱਚਾ ਮਰ ਉਸਦੇ ਪੁੱਤਰ ਨੇ ਲਾਉਣਾ, ਜਿਹੜਾ ਬਣੇ ਨੂਰ ਖੁਦਾਈ ਆ, ਕਰਨੀ ਕਰਤਾ ਆਪ ਕਰਾਉਂਦਾ। ਕਰਾਉਣ ਵਾਲਾ ਕੌਣ? ਜਿਸਨੇ ਕਿਹਾ ਸੀ ਪੰਜੇ ਪਿਆਰਿਓ ਆਖੋ, ਗਿਣ ਗਿਣ ਕੇ ਬਦਲੇ ਲੈ ਲਓ, ਤੇ ਸੰਗਤ ਫਿਰ ਰੌਲਾ ਪਾਵੇ ਕਾਂ ਕਾਂ ਕਾਂ। ਹੋਇਆ ਸੀ ਨਾ, ਅੱਜ ਕਾਂ ਕਾਂ ਹੁੰਦੀ ਪਈ ਆ। ਆਪਾਂ ਇੱਥੇ ਸਤਸੰਗ ਕਰਦੇ ਆ, ਮੈਨੂੰ ਨਹੀਂ ਪਤਾ ਕਿ ਕੀ ਕਰਦੇ, ਮੈਨੂੰ ਇਤਨਾ ਮੀਡੀਆ ਦਾ ਗਿਆਨ ਨਹੀਂ ਆ, ਪਰ ਜਿਤਨੇ ਵੀ ਸਾਡੇ ਵੀਰ ਆ ਉਹਨਾਂ ਘਰ ਸੁਣਦੇ ਪਏ ਆ ਕਿ ਕੀ ਕਹਿੰਦਾ ਦਰਸ਼ਨ ਸਿੰਘ। ਮੈਂ ਕਿਉਂ ਝੂਠ ਮਾਰਾਂ? ਅਗਰ ਬਾਣੀ ਦੇ ਅੰਦਰ ਲਿਖਿਆ ਤੇ ਮੈਂ ਕਹਾਂਗਾ ਬਾਣੀ 'ਚ ਲਿਖਿਆ ਆ, ਜੋਤੀ ਜੋ ਸਰੂਪਾ ਰੱਬ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ, ਸੁੱਤ ਦੁਲਾਰਾ ਨਿੱਕਾ ਬਾਲਾ, ਜਿਸ ਨੂੰ ਕਹਿੰਦੇ ਉਹ ਵੱਡਾ ਤੇ ਮਹਾਰਾਜ ਸ਼ੇਰ ਸਿੰਘ ਛੋਟਾ। ਸੁੱਤ ਦੁਲਾਰਾ ਨਿੱਕਾ ਬਾਲਾ, ਤੇ ਰਹਿੰਦਾ ਸੱਚਖੰਡ ਤੇ ਰਹਿੰਦਾ ਨਹੀਂ। ਸੁੱਤ ਦੁਲਾਰਾ ਨਿੱਕਾ ਬਾਲਾ, ਥਿਰ ਕਰ ਪੜਦਾ ਲਾਹੀ ਯਹਾਂ, ਉਹ ਥਿਰ ਕਰ ਚ ਰਹਿੰਦਾ। ਜਾਂ ਦੂਸਰੇ ਸ਼ਬਦਾਂ 'ਚ ਯਦੀ ਸੀ, ਲੇਕਿਨ ਮੈਂ ਫਿਰ ਵੀ ਯਦੀ ਕਹਿਣਾ ਕਿ ਕਿਸੇ ਦੇ ਮਨ 'ਚ ਭਰਮ ਹੋਵੇ, ਅਗਰ ਮਹਾਰਾਜ ਪੂਰਨ ਸਿੰਘ ਸਤਿਗੁਰੂ ਸ਼ਬਦ ਸੀ ਤੇ ਉਸ ਦਾ ਪ੍ਰਾਣੀ ਦੇ ਅੰਦਰ ਹੈ, ਚੌਥੇ ਘਰ ਦੇ ਅੰਦਰ ਵਾਸਾ, ਉੱਪਰ ਨਹੀਂ। ਸੁੱਤ ਦੁਲਾਰਾ ਨਿੱਕਾ ਬਾਲਾ, ਥਿਰ ਕਰ ਪਰਦਾ ਲਾਹੀ ਯਹਾਂ, ਨਿਰਗੁਣ ਹੋ ਜਵਾਨਾ, ਜੋ ਮਨ ਆਪਣਾ ਆਪ ਰਟਾਈ ਯਹਾਂ, ਕੀ ਸਤ ਧਰਮ ਦਾ ਲੈ ਨਿਸ਼ਾਨਾ। ਸਤਿਗੁਰੂ ਪੂਰਨ ਸਿੰਘ ਨੇ ਆਪਣੇ ਹੱਥ ਸਤ ਧਰਮ ਦਾ ਨਿਸ਼ਾਨ ਚੱਕ ਲਿਆ, ਆਖਿਆ ਕਿ ਇਹ ਸਤ ਹੈ, ਲਿਖੋ ਲਿਖਾਰੀਓ ਸਤ ਹੈ, ਇਹੀ ਸਤ ਹੈ, ਇਸੇ ਨਾਲ ਸਤਿਯੁਗ ਲੱਗੇਗਾ। ਫਿਰ ਅਸੀਂ ਕੌਣ ਹੁੰਦੇ ਕਹਿਣ ਵਾਲੇ ਕਿ ਬਾਣੀ ਜਿਹੜੀ ਆ ਪੇਜ ਪੜ੍ਹਿਓ ਤਾਂ ਨਾ ਪੜ੍ਹਿਓ, ਇੱਥੋਂ ਪੜ੍ਹ ਲਿਓ ਤੇ ਇੱਥੋਂ ਨਾ ਪੜ੍ਹਿਓ। ਨਿਰਗੁਣ ਹੋ ਜਵਾਨਾ, ਜੋ ਬਨੇ ਆਪਣਾ ਆਪ ਰਟਾਈ, ਸਤ ਧਰਮ ਦਾ ਲੈ ਨਿਸ਼ਾਨਾ। ਸੱਤ ਦੁਆਰੇ ਆਪ ਚਲਾਈ, ਸੱਤ ਦੁਆਰਾ ਤੇ ਇਹਨੂੰ ਸਾਡੇ ਮਸਤਕ ਦੇ ਵਿੱਚ ਆ। ਜੋ ਸੱਚੇ ਪਾਤਸ਼ਾਹ ਜੇਠੂ ਵਾਲੇ ਆਓ, ਬਾਹਰ ਮੇਨ ਗੇਟ ਦੇ ਉੱਤੇ ਆਣ ਕੇ ਜਕਾਰੇ ਬੋਲੋ ਪੰਜ, ਫਿਰ ਉੱਥੇ ਦੀ ਚਰਨ ਧੂੜ ਲਾਓ, ਬਿਨਾਂ ਕਿਸੇ ਨਾਲ ਗੱਲ ਕੀਤੇ, ਇੱਧਰ ਉੱਧਰ ਵੇਖਿਆ, ਸਿੱਧੇ ਸੱਤ ਦੁਆਰੇ ਜਾ ਕੇ ਦਰਸ਼ਨ ਪਾਓ। ਉੱਥੇ ਲਿਖਤਾ ਜਾ ਕੇ ਪੰਗ ਦੇ ਉੱਤੇ, ਪੰਗ ਸੱਚ ਦੁਆਰਾ, ਤੇ ਮੈਂ ਮਹਾਰਾਜ ਨੂੰ ਇੱਥੇ ਸੱਚ ਦੁਆਰੇ ਤਾਂ ਪੰਗ ਹੀ ਲਿਖ ਦੇਣਾ ਚਾਹੀਦਾ ਸੀ। ਸੱਚ ਦੁਆਰੇ ਆਪ ਚੁਲਾਈ ਆ, ਦੋਏ ਜੋੜ ਚਰਨ ਕਵਲ ਕਰੋ ਧਿਆਨਾ। ਇਹ ਸਾਨੂੰ ਹਦਾਇਤ ਆ ਕਿ ਜਦੋਂ ਵੀ ਤੁਸੀਂ ਪਗ ਦੁਆਰ ਜਾਓ, ਅੰਦਰ ਜਾ ਕੇ ਕੁਝ ਛਣ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਕਰੋ, ਜੋ ਤੁਹਾਡੇ ਮੱਧ ਦੇ ਵਿੱਚ ਕਿਹਾ ਜਾਂਦਾ ਕਿ ਬਿਰਾਜਮਾਨ ਹੈ, ਮਸਤਕ ਦੇ ਮੱਧ 'ਚ। ਸ੍ਰੀ ਭਗਵਾਨ ਧਿਆਨ ਲਗਾਈ ਆ, ਉੱਥੇ ਕਿਸੇ ਸਰਗੁਣ ਧਾਰ ਦਾ ਧਿਆਨ ਕਰਨਾ ਮਮਾਨਤ ਆ, ਵਰਜਿਤ ਆ। ਉੱਥੇ ਧਿਆਨ ਕੇਵਲ ਨਿਰੰਕਾਰ ਦਾ, ਨਿਰਗੁਣ ਧਾਰ ਦਾ ਕਰਨਾ ਪਵੇਗਾ। ਸ੍ਰੀ ਭਗਵਾਨ ਧਿਆਨ ਲਗਾਈ ਆ, ਹਾਂ ਸੇਵਕ ਨੱਡਾ ਬਾਲ ਜਾਣ। ਉੱਥੇ ਜਾ ਕੇ ਜਦੋਂ ਧਿਆਨ ਤੁਹਾਡਾ ਉੱਥੇ ਸਥਿਰ ਹੋਵੇ, ਫਿਰ ਅਕਾਲ ਪੁਰਖ ਇਹ ਜੋਦੜੀ ਕਰਨੀ ਹੈ। ਇਹ ਨਹੀਂ ਕਿ ਖਾਧਾ ਪੀਤਾ ਤੇ ਰੌਲਾ ਪਾ ਕੇ ਕਰਨ ਨੂੰ ਆ ਗਏ। ਮਾਰੇ ਕਹਿੰਦੇ ਹਾਂ ਸੇਵਕ ਨੱਡਾ ਬਾਲ ਅਣਜਾਣ, ਹੈ ਅਕਾਲ ਪੁਰਖ ਇਸ ਤੋਂ ਅੱਗੇ ਮੇਰੇ ਹੱਥ ਖੜੇ ਆ, ਮੈਂ ਤੇਰਾ ਅੱਗੇ ਆਣ ਕੇ ਦੀਦਾਰ ਨਹੀਂ ਕਰ ਸਕਦਾ।
तेरी कृपा होवे ते दर्शन होवेगा। ਅਸੀਂ ਇਹ ਕਦੀ ਭਗਤ द्वार ਜਾ ਕੇ ਨਹੀਂ ਬੇਨਤੀ ਕਰਦੇ। ਭਗਤ द्वार जाओ, अगर जेठूवाल वाले भगत द्वार नहीं तो दूजे भगत द्वारा ਲਈ भी ਉਹ लागू आ। भगत द्वार जाओ, ਉੱਥੇ ਅੰਦਰ ਬੈਠ ਕੇ ਅਕਾਲ ਪੁਰਖ ਦੀ ਜੋਤ ਦਾ ਧਿਆਨ ਕਰ ਲਿਓ। ਆਖਣਾ ਕਿ हे ਅਕਾਲ ਪੁਰਖ, ਸਤ ਧਰਮ ਦਾ ਲੈ ਨਿਸ਼ਾਨਾ ਸੱਚ ਦੁਆਰੇ। ਸਤ ਧਰਮ ਕਿੱਥੋਂ ਸ਼ੁਰੂ ਹੋਏਗਾ? ਜਦੋਂ ਤੁਸੀਂ ਸਤ ਧਰਮ ਦਾ ਨਿਸ਼ਾਨਾ ਹੱਥ ਚੋਂ ਚੱਕੋਗੇ ਅਤੇ ਉਹਦੀ ਹੈ ਨਿਸ਼ਾਨੀ ਸੱਚ ਦੁਆਰੇ। ਇਹ ਮਸਤਕ ਦੇ ਮੱਧ ਦੇ ਵਿੱਚ ਜਦੋਂ ਤੁਸੀਂ ਅਕਾਲ ਪੁਰਖ ਦਾ ਧਿਆਨ ਕਰੋਗੇ, ਉਸ ਵੇਲੇ ਤੁਹਾਡਾ ਸਤ ਧਰਮ ਆਰੰਭ ਹੋਵੇਗਾ। ਇਹ ਨਹੀਂ ਖਾਧਾ ਪੀਤਾ ਤੇ कहता ਕਿ ਸਾਡਾ ਸਤ ਧਰਮ ਸ਼ੁਰੂ ਹੋ ਗਿਆ। ਮਹਾਰਾਜ ਕਹਿੰਦੇ ਸੱਚ ਦੁਆਰੇ ਚਲਾਈ ਆ। ਮਹਾਰਾਜ ਦਾ ਧਿਆਨ ਸੱਚ ਦੁਆਰੇ, ਜੋ ਮਸਤਕ ਦੇ ਮੱਧ ਚ ਪਵਾਂ ਦੇ ਉੱਪਰ, ਜਿਸ ਨੂੰ ਸ਼ਾਸਤਰਾਂ ਨੇ ਦਸਮ ਦੁਆਰੀ ਸੱਦਿਆ। ਆਪਣਾ ਧਿਆਨ ਉੱਥੇ ਕੇਂਦਰਿਤ ਕਰ ਲੈਣਾ। ਦੋਏ ਜੋੜ ਚਰਨ ਕਬਲ ਕਰੋ ਧਿਆਨਾ। ਫਿਰ ਉੱਥੇ ਨਮਸਕਾਰ ਕਰਕੇ ਕਹਿਣਾ ਸ੍ਰੀ ਭਗਵਾਨ ਧਿਆਨ ਲਗਾਈ ਹਾਂ ਸੇਵਕ ਨੱਡਾ ਬਾਲ ਜਾਣਾ ਹੈ ਸੱਚੇ ਪਾਤਸ਼ਾਹ। ਇਸ ਤੋਂ ਅੱਗੇ ਮੈਂ ਨਹੀਂ ਚੱਲ ਸਕਦਾ, ਤੂੰ ਕਿਰਪਾ ਕਰ ਅੱਗੇ ਲੈ ਜਾ। ਅਸੀਂ ਤੇ ਕਦੀ ਨਹੀਂ ਕਹਿੰਦੇ ਜਾਨੇ ਭਗਤ द्वार ਚ ਗਏ, ਬਾਹਰੋਂ ਮੱਥਾ ਟੇਕਿਆ, ਅੰਦਰੋਂ ਮੱਥਾ ਟੇਕਿਆ, ਫਿਰ ਦੇਖਿਆ ਉੱਤੇ ਕੀ ਬਣਦਾ, ਫਿਰ ਉੱਤੇ ਚੜ ਜਾਓ। ਕਦੀ ਇਸ ਤਰ੍ਹਾਂ ਵੀ ਕੀਤਾ ਕਿ ਜਾਈਏ ਨਮਸਕਾਰ ਕਰਕੇ ਬਾਣੀ ਦੇ ਅੱਗੇ ਚੰਦ ਮਿੰਟ ਬੈਠ ਕੇ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਕਰੋ? ਨਹੀਂ ਕਰਦੇ। ਸ੍ਰੀ ਭਗਵਾਨ ਧਿਆਨ ਲਗਾਈਆ ਹਾਂ ਸੇਵਕ ਨੱਡਾ ਬਾਲਨ ਜਾਣ। ਇਹ ਅਕਾਲ ਪੁਰਖ ਮੈਂ ਮੂਰਖ ਹਾਂ, ਇਸ ਤੋਂ ਅੱਗੇ ਮੈਂ ਨਹੀਂ ਚੱਲ ਸਕਦਾ, ਤੂੰ ਕਿਰਪਾ ਕਰੇ ਤੇ ਚੱਲ ਸਕਦਾ ਹੈ। ਨੱਡਾ ਬਾਲ ਅਣਜਾਣ ਤੇਰਾ ਅੰਤ ਕਹਿ ਨਾ ਪਾਈਆ। ਮੈਨੂੰ ਨਹੀਂ ਪਤਾ ਤੂੰ ਕਿੱਥੇ ਰਹਿਣਾ। ਸੁਣਿਆ ਜ਼ਰੂਰ ਦਸਮ ਦੁਆਰੀ ਚ ਰਹਿਣਾ ਹੈ, ਪਰ ਦਸਮ ਦੁਆਰੀ ਦੀ ਮੈਨੂੰ ਤੇ ਇਹ ਵੀ ਨਹੀਂ ਪਤਾ ਹੁੰਦੀ ਕੀ ਆ। ਮਹਾਰਾਜ ਨੇ ਕਿਸੇ ਡਾਕਟਰ ਦੇ ਨਾਲ ਗੱਲ ਕਰਦਿਆਂ ਬੰਬੇ ਕਿਹਾ ਸੀ, ਉਸਦੀ ਮੋਟਾਈ ਇੱਕ ਬਾਲ ਦਾ 999 ਕਰੋੜਵਾਂ ਹਿੱਸਾ ਆ। ਇਤਨਾ ਸੂਖਸ਼ਮ ਆ, ਜਿਹਨੂੰ ਅਸੀਂ ਕਣ ਸਹਿੰਦੇ ਹਾਂ ਜਾਂ ਅਸੀਂ ਪਰਮਾਣੂ ਸਾਦੇ, ਉਹ ਉਸ ਤੋਂ ਵੀ ਛੋਟਾ ਆ। ਉੱਥੇ ਧਿਆਨ ਲਿਜਾਣਾ ਪ੍ਰਾਣੀ ਦੇ ਵਸਦਾ ਨਹੀਂ। ਫਿਰ ਸਾਨੂੰ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ 'ਚ ਜ਼ੋਰੀ ਕਰਨੀ ਪਵੇਗੀ ਕਿ ਹੁਣ ਸਾਨੂੰ ਅੱਗੇ ਤੂੰ ਲੈ ਕੇ ਚੱਲ। ਕਰ ਕਿਰਪਾ ਪ੍ਰਭ ਦੇ ਮਾਣ। ਫਿਰ ਦੁਨੀਆ ਕਹੇ ਕਿ ਇਹ ਤੇਰੇ ਸਿੱਖ, ਇਹ ਸੱਚੇ ਪਾਤਸ਼ਾਹ ਤੂੰ ਹੀ ਕਰ ਸਕਦਾ। ਅਸੀਂ ਸਾਰੇ ਸਿੱਖ ਬਣੇ ਬੈਠੇ। ਕਰ ਕਿਰਪਾ ਪ੍ਰਭ ਦੇ ਮਾਣ, ਦਰ ਤੇਰੇ ਆਸ ਰਖਾਈ। ਤੇਰਾ ਢੋਲਾ ਇੱਕੋ ਗਾਣਾ। ਸ਼ਬਦ ਸ਼ੁਰੂ ਹੋਇਆ ਸੀ ਸੱਚਖੰਡ ਨਿਵਾਸੀ। ਸੱਚਖੰਡ ਨਿਵਾਸੀ ਦਾ ਢੋਲਾ ਗਾਣਾ ਪਏਗਾ। ਗੁਰੂ ਪੀਰ ਆਂਦੇ ਪੰਜ ਤੱਤ ਉਹਨਾਂ ਦੇ ਜ਼ਰੂਰ ਹੁੰਦੇ, ਉਹਨਾਂ ਨੂੰ ਮਾਣ ਮਿਲਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਉਤਨੀ ਦੇਰ ਜਿਤਨੀ ਦੇਰ ਉਹਨਾਂ ਦੇ ਅੰਦਰ ਪਰਮਾਤਮਾ ਦੀ ਚੇਤਨ ਸ਼ਕਤੀ ਬਿਰਾਜਮਾਨ ਹੈ, ਉਸ ਤੋਂ ਬਾਅਦ ਚਾਹੇ ਕਿਸੇ ਗੁਰੂ ਪੀਰ ਪੈਗੰਬਰ ਦਾ ਤਨ ਵਜੂਦ ਕਿਉਂ ਨਾ ਹੋਵੇ, ਜਾਂ ਸੁਆਹ ਬਣ ਜਾਏਗਾ ਜਾਂ ਉਹ ਖਾਕ ਦੀ ਢੇਰੀ ਬਣ ਜਾਏਗਾ। ਸ਼ਬਦ ਇੱਥੋਂ ਸ਼ੁਰੂ ਹੋਇਆ ਸੀ ਤੇ ਮਹਾਰਾਜ ਕਹਿੰਦੇ ਫਿਰ ਉਸੇ ਦੇ ਅੱਗੇ ਜੋ ਸੱਚਖੰਡ ਨਿਵਾਸੀ ਆ, ਇਹ ਜੋਦੜੀ ਕਰਿਓ ਕਿ ਮੈਂ ਤੁਹਾਡਾ ਸੇਵਕ ਹਾਂ। ਇਸ ਤੋਂ ਅੱਗੇ ਤੂੰ ਬਾਂਹ ਫੜ ਕੇ ਲੈ ਜਾਏ, ਅਸੀਂ ਆ ਸਕਦੇ ਨਹੀਂ ਤੇ ਨਹੀਂ ਆ ਸਕਦੇ। ਕਰ ਕਿਰਪਾ ਪ੍ਰਭ ਦੇ ਮਾਣ, ਦਰ ਤੇਰੇ ਆਸ ਰਖਾਈ। ਤੇਰਾ ਢੋਲਾ ਇੱਕੋ ਗਾਣਾ, ਅਸੀਂ ਤੇਰਾ ਢੋਲਾ ਗਾਈਏ। ਇੱਥੇ ਕੋਈ ਮੇਰਾ ਵੀਰ ਵਿਆਖਿਆ ਕਰਦਾ ਸੀ, ਮੈਂ ਚਲੋ ਥੱਲੇ
ਆਉਣ ਨੂੰ ਜਰਾ ਮੁਸ਼ਕਿਲ ਹੋ ਜਾਂਦੀ ਹੈ। ਅੱਲਾ, ਵਾਹਿਗੁਰੂ ਇਹਨਾਂ ਅੱਖਰਾਂ ਦੀ ਵਿਆਖਿਆ ਕਰਦਾ ਸੀ। ਮੈਂ ਬੇਨਤੀ ਕਰਾਂ, ਹੋ ਸਕਦਾ ਅਲਪਾਗਾ ਨਾ ਹੋਵੇ ਯਾਦ, लेकिन नेक लंक नारायण नर ने जितने भी पिछले गुरुआं पीरां पैगंबरां ने सानू शब्द दिते हैं, उन्हां सारियां ते कलम फेर दिती है। चाहे अल्लाह, चाहे वाहिगुरू, चाहे ओम, वो शब्द जिहड़े हैं अगा वो किसी का कुछ नहीं सवारनगे। हुण केवल सोहंग शब्द या सोहंग महाराज शेर सिंह विष्णु भगवान दी जाए यही प्रचलित होएगा। तेरा ढोला इको गाना, वो कहड़ा अल्लाह नहीं, वाहिगुरू नहीं, गॉड नहीं, होर अनेका राम रहीम बथेरे आ, पर महाराज कहते सोहंग अखर करा पढ़ाई आ। हे अकाल पुरख, हुण तू कृपा कर, मैं केवल तेरा एहो अखर सोहंग पढ़िया करूं। और इस अखर का सतगुरां 7 दिन जाप कराया सी। हर 16वें दिन बारी आउंदी सी। उस दे विच तड़के उठदे सा, इशनान करना, फिर सिमरन ते बह जाना। पर तड़के नाओ, खास करके जो सर्दियां आखिरी दिन जरा सी वो 25 पोह सीगा, उस दिन दास भी जेठूवाल चला गया। उस दिन सच्चे पातशाह सिंहासन ते विराजमान सन। संगत दरबार, छोटा दरबार सी, उहदे विच सी। महाराज कहन लगे, कोई सिख हथ खड़ा करो जिसने वो पूरा सिमरन किया होवे। किसी हथ ने खड़ा किया। मेरे अगे किसी ने कहता, महाराज सानू नींद आ जाती सी, ऐसी क्या बोल के सिमरन कर लीए। महाराज कहन लगे, फिर तुसी ताल च खुबे रहे, शब्द च नहीं। असी ताल च भी गाउने आ, असी कहने शायद असी सिमरन कर लिया, वो भी गलत। फिर महाराज कहन लगे, चंगा संगते, मैं तुहाडे थां अज मैं सिमरन करदा है, और मैं तुहाडा ओ 7 दिनों का सिमरन प्रवान करदा है। एक इन्हां नूं रियायत मिली, ये सारी संगत नूं रियायत मिली। फिर हे गुरमुख जनों, महाराज कहंदे आ, सुत शब्द तेरी रचना वेख वखाना, ज्योति जो स्वरूप हरे आप अपनी कृपा कर है। देवनहारा साचा वर, साची सिक्ख्या रहा जनाई। केड़ी सिक्ख्या? सुत शब्द सच कर चाओ। कदी सिमरन करन लग्या साडे मन च खेड़ा भी आया कि बदे रुझे ही सिमरन करने। सुत शब्द सच कर चाओ हो, रचना वेख वखा चाओ कनेरा एक जनाए रहा, पुरख काल पकड़ बाहो। उस वेले तरला काल पुरख को मारियो, कोई 5 तत्त गुरु दे अगे तरला ना कढ़ लेना। सिर अपना हाथ टकाए रहा, फिर ओदी कृपा तो बिना रसना तो सोंग सिमरन नहीं निकलता। ये ना कह दो कि हुण भुल गया, मैं सवेर नूं भुल गया, शाम नूं कर लूंगा, दोपहर नूं कर लूंगा। ये भी ओदी कृपा दे नाल रसना तो निकलदा आ। पुरख काल पकड़ बाहों, सिर अपना हाथ टकाए रहा। एक दृढ़ाए साचा नाओ, नाओ नंकारा एक जनाए दा। जे सिमरन करे हो ते निर्गुण नंकार दे नाम दा करना। ये ना कहना कि ये शब्द सानू किसी गुरु पीर ने दिता ते उस गुरु पीर दा ध्यान कर लो। नाओ नंकारा एक जनाए रहा, हम आपे बन बन पिता माहो। असी ते पंच तत्तां नूं अपना प्यो बना दिया।
ਉਹ ਨਿਰਗੁਣ ਨਿਰੰਕਾਰ ਨੂੰ ਆਪਣਾ ਮਾਂ ਬਾਪ ਬਣਾ ਲੈਣਾ। ਆਪੇ ਬਣ ਬਣ ਪਿਤਾ ਮਾਉ ਪੂਤ ਸਪੂਤਾ ਗੋ ਸੁਹਾਏ ਦਾ। ਹੈ ਅਕਾਲ ਪੁਰਖ, ਇਹ ਨਿਆਣੇ ਬੱਚੇ ਇਹਨੂੰ ਤੂੰ ਗੋਦੀ ਚੁੱਕੇ ਸੱਚਖੰਡ ਜਾਵਾਂਗੇ ਤੇ ਸਾਡਾ ਨਹੀਂ ਚਾਰਾ ਕੋਈ ਨਹੀਂਗਾ। ਪੂ ਸਪੂਤਾ ਗੋ ਸੁਹਾਏ ਰਹਾ ਬਖਾਵਣ ਹਾਰਾ ਸਾਚਾ ਥਾਉ ਸੱਚਖੰਡ ਦੁਆਰਾ ਇੱਕ ਦਰਸਾਏ ਰਹਾ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜਮਾਦਾਰ ਕਿਸ਼ਨ ਸਿੰਘ ਦੇ ਘਰ ਸੱਚੇ ਪਾਤਸ਼ਾਹ ਲਿਖਤ ਕਰਾਈ। ਉਹ 3-4 ਦਿਨ ਦੀ ਲਿਖਤ ਆ, ਜਿਹਦੇ ਵਿੱਚ ਆਖਿਆ ਕਿ ਹੇ ਅਕਾਲ ਪੁਰਖ, ਅੱਜ ਤੱਕ ਦਸਮ ਦੁਆਰੀ ਕਹਿੰਦੀ ਮੈਂ ਕਿਸੇ ਨੂੰ ਆਪਣੇ ਅੱਗਿਓਂ ਪਾਰ ਨਹੀਂ ਕਰਨ ਦਿੱਤਾ। ਦਸਮ ਦੁਆਰੀ ਕਿਸੇ ਨੂੰ, ਵਾਹ ਤੇਰੇ ਸਿੱਖ ਛਾਲਾਂ ਮਾਰਦੇ ਮੇਰੇ ਉੱਤੋਂ ਦੀ ਪਾਰ ਲੰਘ ਕੇ ਸੱਚਖੰਡ ਚਲੇ ਗਏ। ਪਰ ਕਿਤੇ ਇਹ ਨਾ ਕਹਿ ਦਿਓ ਅਪਮਾਨ ਜਾਣ ਕੇ ਅਸੀਂ ਸੱਚਖੰਡ ਹੀ ਜਾਣਾ, ਜੋ ਮਰਜ਼ੀ ਪਾਪ ਕਰ ਲਈਏ, ਜੋ ਮਰਜ਼ੀ ਅਪਰਾਧ ਕਰ ਲਈਏ, ਇਹ ਨਹੀਂ ਹੋ ਸਕੇਗੀ। ਵਿਖਾਵਣ ਹਾਰਾ ਸਾਚਾ ਥਾਉ ਸੱਚਖੰਡ ਦੁਆਰਾ ਇੱਕ ਦਰਸਾਏ ਦਾ। ਇਹ ਤੋਂ ਘੱਟ ਮੰਗਣਾ ਵੀ ਨਹੀਂ। ਹੈ ਅਕਾਲ ਪੁਰਖ, ਥੇ ਘਰ ਚ ਤੇ ਸਤਿਗੁਰੂ ਸ਼ਬਦ ਰਹਿੰਦਾ, ਸਾਨੂੰ ਉਹ ਵੀ ਨਹੀਂ ਚਾਹੀਦਾ। ਸਾਨੂੰ ਸਤ ਲੋਕ ਨਹੀਂ ਚਾਹੀਦਾ ਜਿੱਥੇ ਗੁਰੂ ਪੀਰ ਪੈਗੰਬਰ ਜਾਂਦੇ ਆ। ਹੈ ਅਕਾਲ ਪੁਰਖ, ਤੇਰੇ ਚਰਨਾਂ ਚ ਜੋਦੜੀ ਆ, ਸਾਨੂੰ ਸੱਚਖੰਡ ਲੈ ਦੇ। ਸੱਚਖੰਡ ਦੁਆਰਾ ਇੱਕ ਦਰਸਾਏ ਦਾ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੀ ਕਰਨੀ ਆਪ ਕਰਾਏ ਦਾ। ਸੁਤ ਦੁਲਾਰੇ ਉਠ ਬਲਤਾਰ ਸੋ ਪੁਰਖ ਨਿਰੰਜਨ ਆਪ ਜਣਾਈ ਆ। ਸੋ ਪੁਰਖ ਨਿਰੰਜਨ ਅਕਾਲ ਪੁਰਖ ਦੀ ਸਰਵਸ਼੍ਰੇਸ਼ਟ ਧਾਰਾ ਦਾ ਨਾਮ ਜੋ ਨਰ ਰੂਪ ਹੈ। ਸੋ ਪੁਰਖ ਨਿਰੰਜਨ ਪਰਮਾਤਮਾ ਦੀ ਹਰ ਬਾਣੀ ਦੇ ਵਿੱਚ ਸਰਵਸ਼੍ਰੇਸ਼ਟ ਧਾਰਾ ਦਾ ਨਾਮ ਆ। ਔਰ ਜਿਹੜੇ ਵੀਰਾਂ ਨੇ ਕਦੀ ਰਾਤ ਨੂੰ ਰਹਿ ਰਾਸ ਪੜ੍ਹੀ ਉਹਦੇ ਵਿੱਚ ਵੀ ਆਉਂਦਾ ਆ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਇੱਕ ਓਂਕਾਰ। ਹਰ ਬਾਣੀ ਦੇ ਅੰਦਰ ਇਹ ਤਿੰਨੋਂ ਸ਼ਬਦ ਇਸ ਤਰਤੀਬ ਚ ਆਉਂਦੇ ਆ। ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦੇ ਆ। ਔਰ ਮਹਾਰਾਜ ਕਹਿੰਦੇ ਆ ਸੋ ਪੁਰਖ ਨਿਰੰਜਨ ਆਪ ਜਣਾਏ ਦਾ। ਸੋ ਪੁਰਖ ਨਿਰੰਜਨ ਪਰਮਾਤਮਾ ਦਾ ਨਰ ਰੂਪ ਹੈ। ਉਸ ਦਾ ਨਾਰੀ ਰੂਪ ਹਰ ਪੁਰਖ ਨਿਰੰਜਨ ਹੈ। ਨਰ ਰੂਪ ਸੋ ਪੁਰਖ ਨਿਰੰਜਨ, ਨਾਰੀ ਰੂਪ ਹਰ ਪੁਰਖ ਨਿਰੰਜਨ। ਔਰ ਮਹਾਰਾਜ ਕਹਿੰਦੇ ਹਨ ਸੋ ਪੁਰਖ ਨਿਰੰਜਨ ਆਪ ਜਣਾਈ ਆ। ਥਿਰ ਕਰਨ ਵਾਸੀ ਹੋ ਤਿਆਰ ਥਿਰ ਦਰਬਾਰੇ ਕੁੰਡਾ ਲਾਹੀਆ। ਆਪਣੀ ਸੇਜ ਆਪ ਸਵਾਰ ਤੁਹਾਡੀ ਆਤਮਾ ਤੁਹਾਡੀ ਦਸਮ ਦੁਆਰੀ ਚ ਆ। ਉਹੀ ਸੱਚੇ ਪਾਤਸ਼ਾਹ ਦੀ ਸੇਜਾ ਆ। ਤੇ ਜਦੋਂ ਧਿਆਨ ਧਰਿਓ ਬਾਹਰ ਦੀਆਂ ਸੇਜਾਂ ਤਿਆਗ ਦੇਣੀਆਂ ਅਤੇ ਆਪਣੇ ਮਸਤਕ ਦੇ ਮੱਧ ਚ ਜਿੱਥੇ ਕਿਹਾ ਜਾਂਦਾ ਕਿ ਉਹਦਾ ਉਹ ਅਸਥਾਨ ਆ, ਉੱਥੇ ਧਿਆਨ ਧਰ ਲੈਣਾ। ਆਪਣੀ ਸੇਜ ਆਪ ਸਵਾਰ ਹੈ। ਔਰਤ ਆਪਣੇ ਪਤੀ ਲਈ ਸੇਜ ਸਵਾਰਦੀ ਹੈ। ਸਾਡੀ ਸੇਜਾ ਅਸੀਂ ਕਿੱਦਾਂ ਸਵਾਰ ਲਾਂਗੇ? ਇੱਥੇ ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਬੇਨਤੀ ਕਰਿਓ, ਮੰਝ ਨਿਮਾਣੀ ਇੱਕ ਤੂੰ। ਮੈਂ ਨਿਮਾਣੀ ਦਾ ਤੂੰ ਹੀ ਆਸਰਾ ਹਾਂ। ਇਹ ਮੇਰੀ ਸੇਜਾ ਪਾਪਾਂ ਨਾਲ ਭਰੀ ਹੋਈ ਆ। ਹੈ ਅਕਾਲ ਪੁਰਖ, ਤੂੰ ਹੀ ਇਸ ਨੂੰ ਸਵਾਰ ਕੇ ਤੂੰ ਸਵੈਵੇਂ ਦਿੱਤੇ ਆ। ਮਹਾਰਾਜ ਕਿਤਨਾ ਸੁੰਦਰ ਉਪਦੇਸ਼ ਦਿੰਦੇ ਆ ਕਿ ਅਸੀਂ ਜਦੋਂ ਮਹਾਰਾਜ ਜੀ ਦਾ ਨਾਮ ਸਿਮਰਦੇ ਆ, ਸਾਨੂੰ ਉਸ ਤਰ੍ਹਾਂ ਦੀ ਮਾਨਸਿਕ ਸਥਿਤੀ ਸਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਆਪਣੀ ਸੇਜ ਆਪ ਸਵਾਰ ਆਪ ਆਪਣਾ ਸੰਗ ਨਿਭਾਈ ਆ। ਜੁਗ ਚੌਕੜੀ ਤੇਰੀ ਧਾਰ ਇਹ ਤੇ ਅਕਾਲ ਪੁਰਖ ਆਤਮ ਸੇਜਾ ਤੇਰੀ ਸੇਜਾ ਆ, ਸਦਾ ਤੇਰੀ ਰਹੀ ਆ। ਤੇਰੇ ਬਿਨਾਂ ਇਹਨੂੰ ਸਵਾਰ ਵੀ ਕੋਈ ਨਹੀਂ ਸਕਦਾ। ਦੋ ਜਹਾਨਾ ਜੁਗ ਚੌਕੜੀ ਤੇਰੀ ਧਾਰ। ਨਿਰਗੁਣ ਸਰਗੁਣ ਆਪ ਚਲਾਈ।
गुर अवतार तेरी करदे रहे याद, ब्रह्म ब्रह्माद नाद बुझाईया। मैं कल भी बेनती की सी कि 84 महाराज कहते हैं, ਜਿਹੜਾ एक बारी थिड़क गया ਉਹਨੂੰ 3 वारी 84 का भोग भोगना पेगा। फिर गुरु गोबिंद सिंह का जन्म होंदा, सतगुरु शब्द का फिर जन्म होंदा, फिर ਉਹਦੇ ਕੋਲ जाओगे। जे फिर कुथ गए तो फिर 84। ਇਹਦਾ मतलब ये नहीं कि तुसी पूजा उस शब्द की करनी शुरू कर दो। शब्द एक मार्ग है, उस मार्ग दे चल के जिथे पहुंचना वो अकाल पुरख है। सानू जाना पेगा सतगुरु शब्द दे कोल। सतगुरु शब्द सानू मार्ग दसेगा, पर पूजना किथे? अकाल पुरख कोल। फिर 84 च ना पवीए। हुण तो आपां नूं जिन्ने बैठे इन्हां नूं जोर शब्दार सच्चे पातशाह महाराज शेर सिंह जी दे दीदार करन दा समा नहीं मिलिया। जितने कि इत्थे बैठे मैं उन्हां नूं जानदा। तुसां नूं समा मिलिया सतगुरु शब्द संसार करके सतगुरु पूर्ण सिंह, अध्यात्मक रूप सतगुरु शब्द ओनू मिले जे। उसने साडी बांह फड़ी। है गुरमुख जनों, उस बांह फड़े ने जो सानू मार्ग दस्या कि मेरे पिछे चले या मेरे संग चलो, वो ना त्यागना, नहीं 84 फिर मिल जाएगी। अगर आप जो ये शब्द सरवण किया कि सब तो शुरू होया सचखंड चों, उसका छोटा बाला थिर कर रहिंदा है। जितनी देर अकाल पुरख उस सतगुरु शब्द नूं जागृत नहीं करता, उतनी देर वो साडा मार्ग नहीं दिखाउंदा। और जदों वो मार्ग दिखावे, फिर उस मार्ग ते चलना भव सागर तो पार होवोगे। नहीं तो 84। ये असी अपना भविख देखना है। जे ते चाहने कि 84 च ना पईए तो बाणी पढ़िया करो। जो बाणी च लिखिया उस दे उत्ते चलण दी सतगुरु पासों बेनती करके जोदड़ी करके अरदास कर लिया करो कि इस मार्ग ते चलाओ। अगर आप इंज करांगे फिर असी कहांगे असी इस ग्रह सच्चे पातशाह जी की बाणी का असी सब आमोस जो सलीका आ तरीका आ वो सिक्ख्या सच्चे पातशाह, वो तरीका सारियां दी झोली पाउण अते अपने मार्ग ते चलाउण। इन्हां शब्दां नाल खिमा मंगा, काफ़ी देर हो गई भाई, 11:15 होने वाले। सर्दी भी आ, घर वाले जड़े आ जकारा बोलो, प्रसाद वरताओ। फिर भाई असी भी कल नूं बहुती संगत चले गई पंजाब वाली, मैं भी मेरे साथी लड़का भतीया असी भी सवेरे कल शामी जाना। साडे वालों हुणे ही जकारा सारे कबूल कर लेना। बोलो जकारा। शेर सिंह